ਜੈ ਮਸੀਹ ਦੀ ਭੈਣੋ ਤੇ ਭਰਾਵੋ, ਧੰਨਵਾਦ ਕਰਦੇ ਹੈਗੇ ਆ ਪਰਮੇਸ਼ਰ ਦਾ ਕਿ ਦਸੰਬਰ ਦਾ ਮਹੀਨਾ ਚੜ ਚੁੱਕਿਆ ਹੈ ਤੇ ਕ੍ਰਿਸਮਸ ਦਾ ਮਾਹੌਲ ਆਲਰੇਡੀ ਆ ਚੁੱਕਿਆ ਹੈ। ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ ਇਸ ਕ੍ਰਿਸਮਸ ਦੇ ਤਿਉਹਾਰ ਦੇ ਲਈ। ਪ੍ਰਭੂ ਦੇ ਭੈਣੋ, ਇਹ ਜਿਹੜਾ ਕ੍ਰਿਸਮਸ ਦਾ ਤਿਉਹਾਰ ਹੈ ਇਹ ਸੱਚ ਦਾ ਤਿਉਹਾਰ ਹੈ। ਜਿਸ ਤਰ੍ਹਾਂ ਕਿਸੇ ਨੇ ਗਾਇਆ, ਚੜਿਆ ਲੋਕੋ ਯਿਸੂ ਸੱਚ ਦਾ ਚੰਦਰਮਾ। ਵਾਕਈ ਇਹ ਜਿਹੜਾ ਕ੍ਰਿਸਮਸ ਦਾ ਤਿਉਹਾਰ ਹੈ ਸੱਚ ਦਾ ਤਿਉਹਾਰ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਤੇ ਆਪਾਂ ਕ੍ਰਿਸਮਸ ਮਨਾਉਂਦੇ ਆ ਤੇ ਆਪਾਂ ਸੱਚ ਨੂੰ ਮਨਾ ਰਹੇ ਹੁੰਦੇ ਆ। ਇਸ ਕ੍ਰਿਸਮਸ ਦੇ ਪਿੱਛੇ ਸੱਚ ਛੁਪਿਆ ਹੋਇਆ ਹੈ। ਇਸ ਜਨਮ ਦਿਨ ਦੇ ਪਿੱਛੇ, ਇਸ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਪਿੱਛੇ ਬਹੁਤ ਵੱਡਾ ਸੱਚ ਛੁਪਿਆ ਹੋਇਆ ਹੈ। ਦੁਨੀਆ ਵਿੱਚ ਵੀ ਬਾਹਰ ਬਹੁਤ ਗੁਰੂਆਂ ਦੇ, ਪੀਰ ਪੈਗੰਬਰਾਂ ਦੇ ਜਨਮ ਦਿਨ ਮਨਾਉਂਦੇ ਨੇ, ਲੇਕਿਨ ਉਹਨਾਂ ਦੇ ਪਿੱਛੇ ਕੋਈ ਸੱਚ ਨਜ਼ਰ ਨਹੀਂ ਆਉਂਦਾ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਪਿੱਛੇ ਬਹੁਤ ਵੱਡਾ ਸੱਚ ਛੁਪਿਆ ਹੋਇਆ ਆ। ਤੇ ਜੇ ਦੇਖਿਆ ਜਾਵੇ, ਜਦੋਂ ਆਪਾਂ ਕ੍ਰਿਸਮਸ ਮਨਾਉਂਦੇ ਹੈਗੇ ਆ, ਆਪਾਂ ਸਿਰਫ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਹੀ ਨਹੀਂ ਮਨਾ ਰਹੇ ਹੁੰਦੇ, ਬਲਕਿ ਪ੍ਰਭੂ ਯਿਸੂ ਮਸੀਹ ਜੀ ਦਾ ਆਪਾਂ ਆਉਣ ਦਿਨ ਵੀ ਮਨਾ ਰਹੇ ਹੁੰਦੇ ਆ। ਲੇਕਿਨ ਉਹਦੇ ਪਿੱਛੇ ਆਪਾਂ ਸੱਚ ਮਨਾ ਰਹੇ ਹੁੰਦੇ ਆ। ਕ੍ਰਿਸਮਸ ਦੇ ਪਿੱਛੇ ਜਿਹੜਾ ਸੱਚ ਛੁਪਿਆ ਆ, ਆਪਾਂ ਉਹ ਮਨਾ ਰਹੇ ਹੁੰਦੇ ਆ, ਸੈਲੀਬ੍ਰੇਟ ਕਰ ਰਹੇ ਹੁੰਦੇ ਆ, ਕਿਉਂਕਿ ਉਹ ਸੱਚ ਨੇ ਜਿੱਤ ਪ੍ਰਾਪਤ ਕੀਤੀ ਆ। ਕਿਉਂਕਿ ਪਰਮੇਸ਼ਰ ਨੇ ਕ੍ਰਿਸਮਸ ਟਾਈਮ ਦੀ ਆਪਣੇ ਹੱਥਾਂ ਦੇ ਵਿੱਚ ਐਸੀ ਬਰਕਤ ਰੱਖ ਦਿੱਤੀ ਆ, ਤੇ ਉਸ ਬਰਕਤ ਨੂੰ, ਉਸ ਸੱਚ ਨੂੰ, ਉਸ ਬਲੈਸਿੰਗ ਨੂੰ ਆਪਾਂ ਮਨਾ ਰਹੇ ਹੁੰਦੇ ਆ ਜਦੋਂ ਆਪਾਂ ਕ੍ਰਿਸਮਸ ਮਨਾਉਂਦੇ ਹੈਗੇ ਆ। ਪ੍ਰਭੂ ਦੇ ਭੈਣੋ, ਤੁਹਾਨੂੰ ਲੋਕ ਪੁੱਛ ਸਕਦੇ ਹੈਗੇ ਨੇ ਕਿ ਤੁਸੀਂ ਕ੍ਰਿਸਮਸ ਕਦੋਂ ਮਨਾ ਰਹੇ ਹੋ, ਕ੍ਰਿਸਮਸ ਦੇ ਵਿੱਚ ਕਿਹੜੀਆਂ ਬਰਕਤਾਂ ਛੁਪੀਆਂ ਹੋਈਆਂ ਨੇ। ਤੇ ਅੱਜ ਛੇਤੀ ਦਿਨ ਮੈਂ ਤੁਹਾਡੇ ਨਾਲ ਕ੍ਰਿਸਮਸ ਦੇ 7 ਸੱਚੇ ਮਤਲਬ ਤੁਹਾਡੇ ਨਾਲ ਸਾਂਝਾ ਕਰਾਂਗਾ। ਜਾਨੀ ਕਿ 7 ਸੱਚੇ ਮੀਨਿੰਗਸ ਕ੍ਰਿਸਮਸ ਦੇ ਤੁਹਾਡੇ ਨਾਲ ਸਾਂਝਾ ਕਰਾਂਗਾ, ਤਾਂ ਕਿ ਜਦੋਂ ਤੁਸੀਂ ਕ੍ਰਿਸਮਸ ਮਨਾਓ ਤੁਸੀਂ ਇਹਨਾਂ 7 ਸੱਚਾਂ ਦੇ ਉੱਤੇ ਧਿਆਨ ਦੇ ਸਕੋ ਤੇ ਇਹਨਾਂ 7 ਸੱਚਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੋ ਤੇ ਪਰਮੇਸ਼ਰ ਦਾ ਧੰਨਵਾਦ ਕਰ ਸਕੋ ਤੇ ਪ੍ਰਭੂ ਦਾ ਨਾਮ ਉੱਚਾ ਕਰ ਸਕੋ। ਆਮੇਨ। ਸਭ ਤੋਂ ਪਹਿਲੇ ਨੰਬਰ ਤੇ ਉਹ ਪੜਾਂਗੇ ਸੰਤ ਮਤੀ ਪਹਿਲਾ ਚੈਪਟਰ ਤੇ ਉਹਦਾ 18ਵਾਂ ਤੇ 20ਵਾਂ ਵਰਸ ਪੜਾਂਗੇ। ਬਰਾਬਰ ਤੇ ਬਣੋ ਮੈਥਿਊ ਚੈਪਟਰ 1 ਵਰਸ 18 ਐਂਡ 20 ਪੜਾਂਗੇ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਪਹਿਲੇ ਨੰਬਰ ਤੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਕਿਹੜੇ ਸੱਚ ਨੂੰ ਸੈਲੀਬ੍ਰੇਟ ਕਰ ਰਹੇ ਹਾਂ? ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਨੂੰ ਤੇ ਨਾਲੇ ਪ੍ਰਭੂ ਯਿਸੂ ਮਸੀਹ ਜੀ ਦੇ ਆਉਣ ਨੂੰ। ਜੀ ਹਾਂ, ਅਕਸਰ ਜਦੋਂ ਦੁਨੀਆ ਦੇ ਵਿੱਚ ਗੁਰੂਆਂ ਦੇ, ਪੀਰਾਂ ਦੇ, ਪੈਗੰਬਰਾਂ ਦੇ, ਲੋਕਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ, ਉੱਥੇ ਸਿਰਫ ਉਹਨਾਂ ਦਾ ਜਨਮ ਦਿਨ ਹੀ ਮਨਾਇਆ ਜਾਂਦਾ। ਲੇਕਿਨ ਇੱਥੇ ਜਨਮ ਦਿਨ ਹੀ ਨਹੀਂਗਾ, ਬਲਕਿ ਪ੍ਰਭੂ ਦਾ ਆਉਣ ਦਿਨ ਵੀ ਹੈ। ਆਮੇਨ। ਕਿਉਂਕਿ ਜੇ ਦੇਖਿਆ ਜਾਵੇ ਕਿ ਪ੍ਰਭੂ ਯਿਸੂ ਮਸੀਹ ਜੀ ਦੀ ਸ਼ੁਰੂਆਤ ਨਹੀਂ ਹੋਈ। ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਕਿਸੇ ਮਾਤਾ ਪਿਤਾ ਦੇ ਤਾਲੁਕਾਤ ਦੇ ਨਾਲ ਨਹੀਂ ਹੋਇਆ ਕਿ ਉੱਥੇ ਸ਼ੁਰੂਆਤ ਹੋਈ। ਤੁਹਾਡੀ ਸ਼ੁਰੂਆਤ ਹੋਈ ਹੈ, ਮੇਰੀ ਸ਼ੁਰੂਆਤ ਹੋਈ ਹੈ, ਜਿੰਨੇ ਵੀ ਦੁਨੀਆ ਦੇ ਵਿੱਚ ਗੁਰੂ, ਪੀਰ, ਪੈਗੰਬਰ, ਰਾਜੇ, ਮਹਾਰਾਜਾ ਹੋਏ ਨੇ, ਸਭ ਦੀ ਸ਼ੁਰੂਆਤ ਹੋਈ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਦੀ ਸ਼ੁਰੂਆਤ ਨਹੀਂ ਹੋਈ। ਕਿਉਂ? ਕਿਉਂਕਿ ਜਨਮ ਤੋਂ ਪਹਿਲਾਂ ਉਹ ਸੀ ਮੌਜੂਦ। ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਸਵਰਗੋਂ ਉਤਰਦੇ ਨੇ ਉਹ। ਪ੍ਰਭੂ ਯਿਸੂ ਮਸੀਹ ਸਵਰਗੋਂ ਉਤਰਦੇ ਨੇ ਤੇ ਸਵਰਗੋਂ ਉਤਰ ਕੇ ਮਾਤਾ ਮਰੀਮ ਦੇ ਕੁੱਖ ਦੇ ਵਿੱਚ ਬੱਚੇ ਦਾ ਰੂਪ ਧਾਰ ਲੈਂਦੇ ਨੇ ਤੇ ਫਿਰ ਉਹ ਪੈਦਾ ਹੁੰਦੇ ਨੇ। ਸੋ ਜੇ ਦੇਖਿਆ ਜਾਵੇ, ਆਪਾਂ ਉਹਨਾਂ ਦਾ ਜਨਮ ਦਿਨ ਹੀ ਨਹੀਂ ਮਨਾ ਰਹੇ, ਆਪਾਂ ਉਹਨਾਂ ਦਾ ਆਉਣ ਦਿਨ ਮਨਾ ਰਹੇ ਹਾਂ। ਸੈਲੀਬ੍ਰੇਟ ਕਰ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਆਏ, ਕ੍ਰਿਸਮਸ ਤੇ ਆਏ, ਆ ਕੇ ਪੈਦਾ ਹੋਏ। ਹੁਣ ਜਿਹੜਾ ਆਇਆ ਆ, ਉੱਪਰੋਂ ਆਇਆ ਆ, ਉਹਦਾ ਕੋਈ ਮਕਸਦ ਹੋਏਗਾ ਆਉਣ ਦਾ। ਬਈ ਦੇਖਿਆ ਤੁਸੀਂ, ਸੱਚ ਦਾ ਡਬਰਾ ਛੁਪਿਆ ਹੋਇਆ ਇਹਦੇ ਪਿੱਛੇ। ਕ੍ਰਿਸਮਸ ਮਨਾ ਰਹੇ ਹਾਂ, ਪ੍ਰਭੂ ਯਿਸੂ ਦਾ ਜਨਮ ਦਿਨ ਮਨਾ ਰਹੇ ਹਾਂ, ਪ੍ਰਭੂ ਯਿਸੂ ਦਾ ਆਉਣ ਦਿਨ ਮਨਾ ਰਹੇ ਹਾਂ, ਲੇਕਿਨ ਉਹ ਆਉਣ ਦੇ ਪਿੱਛੇ ਜਿਹੜਾ ਸੱਚ ਛੁਪਿਆ ਉਹ ਮਨਾ ਰਹੇ ਹਾਂ। ਕੀ ਸੱਚ ਛੁਪਿਆ ਉਸ ਆਉਣ ਦੇ ਪਿੱਛੇ? ਉਹ ਪ੍ਰਭੂ ਯਿਸੂ ਮਸੀਹ ਜੀ ਜਦੋਂ ਆਏ ਨੇ, ਵਚਨ ਕਹਿੰਦਾ ਆ ਉਹ ਬਚਾਉਣ ਵਾਸਤੇ ਆਏ ਨੇ, ਉਹ ਮੁਕਤੀ ਦੇਣ ਵਾਸਤੇ ਆਏ ਨੇ, ਉਹ ਸਾਡੇ ਪਾਪ ਧੋਣ ਵਾਸਤੇ ਆਏ ਨੇ। ਸੋ ਜਦੋਂ ਤੁਸੀਂ ਕ੍ਰਿਸਮਸ ਮਨਾਓ, ਤੁਸੀਂ ਐਲਾਨ ਕਰ ਸਕਦੇ ਹੋ, ਭੰਗੜੇ ਪਾ ਸਕਦੇ ਹੋ, ਗਿੱਧਾ ਪਾ ਸਕਦੇ ਹੋ, ਬੋਲੀਆਂ ਪਾ ਸਕਦੇ ਹੋ, ਜਕਾਰੇ ਮਾਰ ਸਕਦੇ ਹੋ, ਲਲਕਾਰੇ ਮਾਰ ਸਕਦੇ ਹੋ। ਆਮੇਨ। ਤੁਸੀਂ ਪ੍ਰੋਕਲੇਮ ਕਰ ਸਕਦੇ ਹੋ ਕਿ ਪ੍ਰਭੂ ਯਿਸੂ ਮਸੀਹ ਜੀ ਮੁਕਤੀ ਦਾਤਾ ਆਇਆ, ਬਖਸ਼ਣਹਾਰ ਆਇਆ ਮੈਨੂੰ ਬਚਾਉਣ ਦੇ ਵਾਸਤੇ। ਮੈਂ ਕ੍ਰਿਸਮਸ ਸੈਲੀਬ੍ਰੇਟ ਕਰਾਂਗਾ ਤੇ ਮੈਂ ਕ੍ਰਿਸਮਸ ਨੂੰ ਸੈਲੀਬ੍ਰੇਟ ਕਰ ਰਿਹਾ ਹਾਂ, ਕਿਉਂਕਿ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਦੇ ਹੋਏ ਮੈਂ ਇੱਕ ਐਸੇ ਸੱਚ ਨੂੰ ਸੈਲੀਬ੍ਰੇਟ ਕਰ ਰਿਹਾ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਸਾਨੂੰ ਬਚਾਉਣ ਵਾਸਤੇ ਆਏ, ਸਾਨੂੰ ਮੁਕਤੀ ਦੇਣ ਵਾਸਤੇ ਆਏ। ਬਖਸ਼ਣਹਾਰ ਨੂੰ ਸੈਲੀਬ੍ਰੇਟ ਕਰੀਏ,
ਸਾਡੇ ਪਾਪ ਮਾਫ ਕਰਨ ਵਾਲਾ ਪਰਮੇਸ਼ਰ ਉਹਨੂੰ ਸੈਲੀਬ੍ਰੇਟ ਕਰੀਏ ਜਿਹੜਾ ਆਪਣੇ ਪਾਪ ਮਾਫ ਕਰਦਾ ਆ। ਮੁਕਤੀ ਦਾਤਾ ਨੂੰ ਸੈਲੀਬ੍ਰੇਟ ਕਰੀਏ, ਬਖਸ਼ਣਹਾਰ ਨੂੰ ਸੈਲੀਬ੍ਰੇਟ ਕਰੀਏ। ਆਮੇਨ। ਪ੍ਰਭੂ ਦੇ ਬਣਾਓ। ਪਹਿਲੇ ਨੰਬਰ ਤੇ ਆਪਾਂ ਐਸਾ ਸੱਚ ਦੇਖਿਆ ਜਿਹਦੇ ਨਾਲ ਤੁਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਰ ਦਾ ਨਾਮ ਉੱਚਾ ਕਰ ਸਕਦੇ ਆ ਤੇ ਭੰਗੜੇ ਪਾ ਸਕਦੇ ਆ ਤੇ ਸੈਲੀਬ੍ਰੇਟ ਕਰ ਸਕਦੇ ਆ। ਆਮੇਨ। ਹਾਲੇਲੂਇਆ। ਆਓ ਹੱਥ ਚੱਕ ਕੇ ਪ੍ਰਭੂ ਦਾ ਧੰਨਵਾਦ ਕਰੀਏ। ਪ੍ਰਭੂ ਜੀ ਅਸੀਂ ਧੰਨਵਾਦ ਕਰਦੇ ਹੈਗੇ ਆ, ਸ਼ੁਕਰ ਕਰਦੇ ਹੈਗੇ ਆ। ਅਸੀਂ ਸੈਲੀਬ੍ਰੇਟ ਕਰ ਰਹੇ ਹੈਗੇ ਕ੍ਰਿਸਮਸ ਨੂੰ। ਅਸੀਂ ਬਖਸ਼ਣਹਾਰ ਦਾ ਧੰਨਵਾਦ ਕਰਦੇ ਆ, ਅਸੀਂ ਮੁਕਤੀ ਦਾਤਾ ਦਾ ਧੰਨਵਾਦ ਕਰਦੇ ਆ ਜੋ ਕ੍ਰਿਸਮਸ ਵਾਲੇ ਦਿਨ ਪੈਦਾ ਹੋਇਆ, ਜੋ ਕ੍ਰਿਸਮਸ ਵਾਲੇ ਦਿਨ ਸਵਰਗ ਛੱਡ ਕੇ ਧਰਤੀ ਤੇ ਆ ਉਤਰਿਆ ਸਾਨੂੰ ਬਚਾਉਣ ਦੇ ਵਾਸਤੇ, ਸਾਨੂੰ ਮੁਕਤੀ ਦੇਣ ਦੇ ਵਾਸਤੇ। ਹਾਲੇਲੂਇਆ। ਸੋ ਪ੍ਰਭੂ ਦੇ ਬੇਟੋ, ਇਹ ਤਾਂ ਆਪਾਂ ਸਭ ਤੋਂ ਪਹਿਲਾ ਸੱਚ ਦੇਖਿਆ। ਅੱਜ ਮੈਂ ਤੁਹਾਡੇ ਨਾਲ 7 ਸੱਚ ਸਾਂਝੇ ਕਰ ਰਿਹਾ ਆ ਜਿਹਦੇ ਨਾਲ ਆਪਾਂ ਸੈਲੀਬ੍ਰੇਟ ਕਰ ਸਕਦੇ ਹੈਗੇ ਆ ਕ੍ਰਿਸਮਸ ਨੂੰ। ਦੂਜੇ ਨੰਬਰ ਤੇ ਆਪਾਂ ਦੇਖਾਂਗੇ ਪ੍ਰਭੂ ਦੇ ਬੇਟੋ, ਲੇਕਿਨ ਉਹ ਤੋਂ ਪਹਿਲਾਂ ਆਪਾਂ ਬਾਈਬਲ ਵਰਸ ਹੀ ਪੜਿਆ। ਮੈਥਿਊ ਚੈਪਟਰ 1 ਵਰਸ 18 ਐਂਡ 20 ਪੜਾਂਗੇ। ਮੱਤੀ ਦਾ ਪਹਿਲਾ ਚੈਪਟਰ ਵਰਸ 18 ਤੇ 20। ਜੀ ਹਾਂ, ਮੱਤੀ ਚੈਪਟਰ 1 18 ਤੇ 20। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਉਹਨਾਂ ਦੀ ਮਾਤਾ ਮਰੀਅਮ ਦੀ ਮੰਗਣੀ ਯੂਸਫ ਨਾਲ ਹੋਈ ਸੀ, ਪਰ ਮਰੀਅਮ ਅਤੇ ਯੂਸਫ ਦੇ ਵਿਆਹ ਤੋਂ ਪਹਿਲਾਂ ਹੀ ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਇਆ ਅਨੁਭਵ ਕੀਤਾ। ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ, ਦਾਊਦ ਦੀ ਸੰਤਾਨ, ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੀ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਜ਼ਬਰਦਸਤ ਵਰਸ ਆ ਪ੍ਰਭੂ ਦੇ ਬੇਟੋ, ਜ਼ਬਰਦਸਤ। ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਪਵਿੱਤਰ ਆਤਮਾ ਥਾਈ ਦੀ ਹੋਇਆ, ਪਾਕ ਰੂਹ ਥਾਈ ਦੀ ਹੋਇਆ। ਜਦੋਂ ਮਾਤਾ ਮਰੀਮ ਨੇ ਆਖਿਆ ਵੀ ਇਹ ਕਿਦਾਂ ਹੋ ਸਕਦਾ, ਦੂਤ ਨੂੰ ਆਖਿਆ ਇਹ ਕਿਦਾਂ ਹੋ ਸਕਦਾ, ਮੈਂ ਤਾਂ ਕੁਵਾਰੀ ਆ, ਮੈਂ ਤਾਂ ਕਿਸੇ ਮਨੁੱਖ ਨੂੰ ਜਾਣਦੀ ਨਹੀਂ ਗੀ, ਮੈਂ ਕਿਸ ਤਰ੍ਹਾਂ ਗਰਭਵਤੀ ਹੋ ਸਕਦੀ ਆ। ਤੇ ਦੂਤ ਨੇ ਆਖਿਆ ਕਿ ਪਵਿੱਤਰ ਆਤਮਾ ਤੇਰੇ ਉੱਤੇ ਛਾਂ ਕਰੇਗਾ, ਪਵਿੱਤਰ ਆਤਮਾ ਤੇਰੇ ਉੱਤੇ ਛਾਂ ਕਰੇਗਾ। ਯਾਨੀ ਕਿ ਪਵਿੱਤਰ ਆਤਮਾ ਦੀ ਅਨੋਇੰਟਿੰਗ ਤੈਨੂੰ ਟੱਚ ਕਰੇਗੀ, ਪਵਿੱਤਰ ਆਤਮਾ ਦੀ ਬਲੈਸਿੰਗ ਤੈਨੂੰ ਟੱਚ ਕਰੇਗੀ। ਤੇ ਉਹ ਪਰਮੇਸ਼ਰ ਜੋ ਸਵਰਗੋਂ ਉਤਰ ਰਿਹਾ ਆ ਕੇ ਤੇਰੀ ਕੁੱਖ ਦੇ ਵਿੱਚ ਇੱਕ ਬੱਚੇ ਦਾ ਰੂਪ ਧਾਰ ਲਏਗਾ। ਵਾਓ, ਆਮੇਨ। ਤੇ 9 ਮਹੀਨੇ ਦੇ ਬਾਅਦ ਪੈਦਾ ਹੋਏਗਾ। ਪੈਦਾ ਹੋ ਕੇ ਮਰੀਮ ਨੇ ਆਪਣੇ ਹੱਥਾਂ ਨਾਲ ਚੱਕ ਕੇ ਰੱਖਿਆ ਸੀਗਾ ਉਸ ਯਿਸੂ ਮਸੀਹ ਨੂੰ, ਲੇਕਿਨ ਮਰੀਮ ਨੂੰ ਆ ਨਹੀਂ ਪਤਾ ਸੀਗਾ ਕਿ ਮਰੀਮ ਨੇ ਚੱਕਿਆ ਹੋਇਆ ਹੈ ਉਸ ਛੋਟੇ ਯਿਸੂ ਮਸੀਹ ਨੂੰ, ਜਾਂ ਯਿਸੂ ਮਸੀਹ ਨੇ ਚੱਕਿਆ ਹੋਇਆ ਮਰੀਮ ਨੂੰ, ਤਾਂ ਸਾਰੀ ਦੁਨੀਆ ਨੂੰ। ਪ੍ਰਭੂ ਦਾ ਵਚਨ ਕਹਿੰਦਾ ਸੱਚਾ ਵਚਨ ਆ ਪ੍ਰਭੂ ਦੇ, ਕ੍ਰਿਸਮਸ ਮਨਾਈਏ ਕਿਉਂਕਿ ਮੁਕਤੀ ਦਾਤਾ ਆਇਆ ਹੈ, ਕਿਉਂਕਿ ਬਖਸ਼ਣਹਾਰ ਆਇਆ ਹੈ। ਭੰਗੜੇ ਪਾਈਏ, ਸੈਲੀਬ੍ਰੇਟ ਕਰੀਏ ਕਿਉਂਕਿ ਕ੍ਰਿਸਮਸ ਤੇ ਸਾਡਾ ਰੱਬ ਸਵਰਗ ਛੱਡ ਕੇ ਧਰਤੀ ਤੇ ਆ ਗਿਆ ਸਾਨੂੰ ਬਚਾਉਣ ਦੇ ਵਾਸਤੇ, ਸਾਡੇ ਪਾਪ ਮਾਫ ਕਰਨ ਦੇ ਵਾਸਤੇ। ਕਿੰਨਾ ਵੱਡਾ ਪ੍ਰਭੂ ਦੇ ਪੈਰੋਂ ਇਹ ਤਰੀਕਾ ਆ, ਮਕਸਦ ਆ ਕ੍ਰਿਸਮਸ ਮਨਾਉਣ ਦਾ, ਸੈਲੀਬ੍ਰੇਟ ਕਰਨ ਦਾ। ਆਮੇਨ। ਦੂਜੇ ਨੰਬਰ ਤੇ ਦੇਖਾਂਗੇ ਪ੍ਰਭੂ ਦੇ ਪੈਰੋਂ। ਦੂਜੇ ਨੰਬਰ ਤੇ ਬਹੁਤ ਸਾਰੇ ਲੋਕ ਤੁਹਾਨੂੰ ਕਹਿ ਸਕਦੇ ਹੈਗੇ ਨੇ ਵੀ 25 ਦਸੰਬਰ ਨੂੰ ਤਾਂ ਪ੍ਰਭੂ ਦਾ ਜਨਮ ਹੋਇਆ ਹੀ ਨਹੀਂ ਤੇ ਫਿਰ ਤੁਸੀਂ 25 ਦਸੰਬਰ ਨੂੰ ਕ੍ਰਿਸਮਸ ਕਾਹਦਾ ਮਨਾ ਰਹੇ ਹੋ। ਤੇ ਵੈਲ ਪ੍ਰਭੂ ਦਾ ਬਾਈਬਲ ਦੇ ਵਿੱਚ ਕਿਸੇ ਪਾਸੇ ਵੀ ਕੋਈ ਡੇਟ ਨਹੀਂ ਲਿਖੀ ਹੋਈ ਵੀ 25 ਦਸੰਬਰ ਨੂੰ ਪ੍ਰਭੂ ਯਿਸੂ ਦਾ ਜਨਮ ਹੋਇਆ, ਜਾਂ 25 ਨਵੰਬਰ ਨੂੰ ਪ੍ਰਭੂ ਯਿਸੂ ਦਾ ਜਨਮ ਹੋਇਆ, ਜਾਂ 11 ਨਵੰਬਰ ਨੂੰ ਹੋਇਆ। ਕੋਈ ਡੇਟ ਨਹੀਂ ਲਿਖੀ ਹੋਈ ਬਾਈਬਲ ਦੇ ਵਿੱਚ, ਲੇਕਿਨ ਦੇਖਣ ਵਾਲੀ ਗੱਲ ਹੈਗੀ ਆ ਕਿ ਜਨਮ ਹੋਇਆ ਹੈ, ਜਨਮ ਹੋਇਆ। ਸੋ ਜਿਹੜੇ ਕਹਿੰਦੇ ਨੇ 25 ਦਸੰਬਰ ਨੂੰ ਜਨਮ ਹੋਇਆ, ਆਓ ਉਹਨਾਂ ਨਾਲ ਕ੍ਰਿਸਮਸ ਮਨਾਈਏ। ਜਿਹੜੇ ਕਹਿੰਦੇ ਨੇ ਫਰਵਰੀ ਮਾਰਚ ਵਿੱਚ ਜਨਮ ਹੋਇਆ ਸੀ, ਆਓ ਉਹਨਾਂ ਨਾਲ ਕ੍ਰਿਸਮਸ ਮਨਾਈਏ। ਜਿਹੜੇ ਕਹਿੰਦੇ ਨੇ ਸਤੰਬਰ ਵਿੱਚ ਜਨਮ ਹੋਇਆ ਸੀ, ਆਓ ਉਹਨਾਂ ਨਾਲ ਕ੍ਰਿਸਮਸ ਮਨਾਈਏ। ਆਮੇਨ। ਆਪਾਂ ਤਾਂ ਸੈਲੀਬ੍ਰੇਟ ਕਰ ਰਹੇ ਹਾਂ ਜੇ ਜਨਮ ਦਿਨ ਹੀ ਲੋਕਾਂ ਦਾ ਇੱਕ ਦਿਨ ਵਾਸਤੇ ਮਨਾਉਂਦੇ ਆ। ਇੱਥੇ ਆਪਾਂ ਕੱਲਾ ਜਨਮ ਦਿਨ ਨਹੀਂ ਮਨਾ ਰਹੇ, ਇੱਥੇ ਆਪਾਂ ਆਣ ਦਿਨ ਮਨਾ ਰਹੇ ਹਾਂ ਕਿ ਪਰਮੇਸ਼ਰ ਨੇ ਸਾਡੇ ਪਾਪ ਮਾਫ ਕਰਨ ਵਾਸਤੇ ਆਪਣਾ ਪੁੱਤਰ ਸਵਰਗੋਂ ਭੇਜ ਦਿੱਤਾ। ਆਣ ਦਿਨ ਮਨਾ ਰਹੇ ਹਾਂ। ਇਹ ਦਸੰਬਰ ਦਾ 1 ਮਹੀਨਾ ਤਾਂ ਕੁਝ ਵੀ ਨਹੀਂਗਾ। ਜੇ ਦੇਖਿਆ ਜਾਵੇ ਤਾਂ ਹਰ ਦਿਨ ਆਪਾਂ ਯਾਦ ਕਰੀਏ, ਹਰ ਦਿਨ ਭੰਗੜੇ ਪਾਈਏ, ਹਰ ਦਿਨ ਧੰਨਵਾਦ ਕਰੀਏ ਪਰਮੇਸ਼ਰ ਦਾ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਨੇ ਇਨਸਾਨ ਬਣ ਕੇ ਦੁਨੀਆ ਵਿੱਚ ਆਏ ਤੇ ਕ੍ਰਿਸਮਸ ਵਾਲੇ ਦਿਨ ਜਨਮ ਲਿਆ ਪ੍ਰਭੂ ਤੇ ਬੈਠੋ। ਸੋ ਆਪਾਂ ਨੂੰ ਪਤਾ ਹੈ ਕਿ ਬਾਈਬਲ ਦੀ ਡੀਪ ਸਟੱਡੀ ਕਰਦੇ ਹੈਗੇ ਆਪਾਂ, ਤੇ ਡੀਪ ਸਟੱਡੀ ਕਰਨ ਤੋਂ ਬਾਅਦ ਬਾਈਬਲ ਦੀ ਪੁਰਾਣੀ ਪ੍ਰੋਫੈਸੀਜ਼ ਦੇਖ ਕੇ, ਓਲਡ ਟੈਸਟਾਮੈਂਟ ਦੀਆਂ, ਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਪਹਿਲੀ ਤਰੀਕ ਨੂੰ ਹੋਇਆ ਸੀਗਾ। 1 ਨੀਸਾਨ ਨੂੰ ਹੋਇਆ ਸੀ। ਨੀਸਾਨ ਯਹੂਦੀ ਕੈਲੰਡਰ ਦਾ ਪਹਿਲਾ ਦਿਨ ਹੈ, ਪਹਿਲਾ ਮਹੀਨਾ ਹੈ। ਉਸ ਪਹਿਲੇ ਮਹੀਨੇ ਦੇ ਪਹਿਲੀ ਤਰੀਕ ਨੂੰ, ਯਾਨੀ ਕਿ ਨੀਸਾਨ 1 ਨੂੰ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਇਆ ਸੀਗਾ। ਤੇ ਜੇ ਤੁਸੀਂ ਦੇਖਿਆ ਜਾਵੇ ਕਿ 14 ਤੇ 15 ਨੀਸਾਨ ਨੂੰ ਸਲੀਬ ਤੇ ਪ੍ਰਭੂ ਯਿਸੂ ਮਸੀਹ ਚੜ ਗਏ ਸੀਗੇ।
14 ਦਿਨ ਤੋਂ ਬਾਅਦ ਜਿਹੜਾ ਅਗਲਾ ਦਿਨ ਆਉਂਦਾ ਆ, ਉਦੋਂ 14-15 ਨੂੰ ਪ੍ਰਭੂ ਯਿਸੂ ਸਲੀਬ ਤੇ ਚਾੜੇ ਗਏ ਸੀ। ਸੋ ਲੇਕਿਨ ਆਪਾਂ ਮੈਂ ਦੁਬਾਰਾ ਰਿਪੀਟ ਕਰਦਾ ਹੈਗਾ ਆ, हर दिन मनाइए क्रिसमस, आमीन। जो सारी दुनिया बाहर क्रिसमस मना रही है 25 दिसंबर को, तो मैं चुपचाप बैठा रहूंगा दरवाजे बंद करके, नहीं मैं नहीं मनानी क्रिसमस। क्यों नहीं मनानी भाई? आप मनाइए क्रिसमस, हर दिन मनाइए, आप हर महीने क्रिसमस मनाइए। ਜਿਹੜੇ ਵੀ ਮੈਨੂੰ ਕਹਿੰਦੇ ਨੇ ਵੀ ਆਓ ਆਪਾਂ ਬਾਸਰ ਜੀ ਫਰਵਰੀ ਮਾਰਚ ਚ ਹੋਇਆ, ਆਓ ਫਰਵਰੀ ਮਾਰਚ ਮਨਾਉਂਦੇ ਆ। जो सितंबर च होया, आओ सितंबर च मनाने आ। मुक्तिदाता इस दुनिया च आया आ, कोई दिन ना छड्डो, कोई महीना ना छड्डो परमेश्वर दा धन्नवाद करने वास्ते। जिद्दां दे क्रिसमस मनाने मिल के नाल उन्हां दे नाल मनाइए, इस फीस्ट दा, इस फेस्टिवल दा फायदा उठाइए, लोकां तक पहुंचण दे वास्ते ते लोकां नूं वचन दस्सण दे वास्ते ते लोकां नूं क्रिसमस दा सच्चा संदेश पहुंचाउण दे वास्ते। ਤੇ ਕ੍ਰਿਸਮਸ ਦਾ ਸੱਚਾ ਸੰਦੇਸ਼ ਕੀ ਆ ਕਿ ਬਖਸ਼ਣਹਾਰ ਮੁਕਤੀਦਾਤਾ ਇਸ ਧਰਤੀ ਤੇ ਆਇਆ ਸਾਡੇ ਪਾਪ ਬਖਸ਼ਣ ਵਾਸਤੇ, ਸਾਨੂੰ ਮੁਕਤ ਕਰਨ ਦੇ ਵਾਸਤੇ। ਸੋ ਪ੍ਰਭੂ ਦੇ ਨਾਮ ਦੂਸਰੇ ਨੰਬਰ ਤੇ ਆਪਾਂ ਦੇਖ ਰਹੇ ਹੈਗੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ 25 ਤਰੀਕ ਨੂੰ ਨਹੀਂ ਹੋਇਆ ਸੀਗਾ, 25 ਦਸੰਬਰ ਨੂੰ ਨਹੀਂ ਹੋਇਆ ਸੀਗਾ, ਲੇਕਿਨ ਫਿਰ ਵੀ ਆਪਾਂ 25 ਤਰੀਕ ਨੂੰ ਕ੍ਰਿਸਮਸ ਮਨਾਵਾਂਗੇ, ਬਲਕਿ ਸਾਰੇ ਮਹੀਨੇ ਕ੍ਰਿਸਮਸ ਮਨਾਵਾਂਗੇ, ਸਾਰਾ ਸਾਲ ਕ੍ਰਿਸਮਸ ਮਨਾਵਾਂਗੇ। ਆਓ ਪ੍ਰਭੂ ਦੇ ਵਚਨ ਦੇ ਵਿੱਚ ਪੜਾਂਗੇ ਆਇਜ਼ਾਇਆ ਚੈਪਟਰ 9 ਵਰਸ 6 ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚੋਂ। ਆਇਜ਼ਾਇਆ ਚੈਪਟਰ 9 ਵਰਸ 6 ਦੇਖਾਂਗੇ ਪ੍ਰਭੂ ਦਾ ਵਚਨ ਕੀ ਆਖਦਾ ਹੈ ਪੰਜਾਬੀ ਚ। ਜੀ ਹਾਂ, ਯਸਾਇਆ 9:6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਵਾਓ, ਪ੍ਰੇਜ਼ ਦ ਲਾਰਡ, ਆਮੇਨ। ਬੇਟਾ ਦਿੱਤਾ ਗਿਆ, ਪੁੱਤਰ ਪੈਦਾ ਹੋਇਆ, ਆਮੇਨ। ਜਾਨੀ ਕਿ ਜੇ ਦੇਖਿਆ ਜਾਵੇ ਇੱਕ ਪਾਸੇ ਤਾਂ ਪੈਦਾ ਹੋ ਰਿਹਾ ਆ ਉਹ ਪੁੱਤਰ, ਦੂਸਰੇ ਪਾਸੇ ਉਹ ਪੁੱਤਰ ਦਿੱਤਾ ਵੀ ਗਿਆ ਆ, ਬੇਟਾ ਦਿੱਤਾ ਵੀ ਗਿਆ ਆ। ਜਾਨੀ ਕਿ ਉੱਪਰੋਂ ਆਉਂਦਾ ਆ ਪ੍ਰਭੂ ਯਿਸੂ ਮਸੀਹ ਜੀ ਤੇ ਆ ਕੇ ਉਹ ਪੈਦਾ ਹੁੰਦਾ ਆ। ਸੋ ਪ੍ਰਭੂ ਬਨੋ, ਆਪਾਂ ਨੂੰ ਕੋਈ ਪਰਵਾਹ ਨਹੀਂ ਕਿਹੜੇ ਦਿਨ ਪ੍ਰਭੂ ਯਿਸੂ ਮਸੀਹ ਜੀ ਪੈਦਾ ਹੋਏ, ਲੇਕਿਨ ਦੇਖਣ ਵਾਲੀ ਗੱਲ ਇਹ ਆ ਕਿ ਉਹ ਆਏ ਨੇ, ਆਮੇਨ। ਇਹ ਦੁਨੀਆ ਤੇ ਆਏ ਨੇ। ਕਿੱਡਾ ਵੱਡਾ ਕੰਮ ਹੋਇਆ ਇਸ ਦੁਨੀਆ ਤੇ, ਆਮੇਨ। ਕਿੱਡਾ ਵੱਡਾ ਪ੍ਰਭੂ ਤੇ ਪਰ ਇਹ ਮੌਕਾ ਆ ਕਿ ਆਪਾਂ ਸੈਲੀਬ੍ਰੇਟ ਕਰ ਸਕੀਏ, ਖੁਸ਼ ਹੋ ਸਕੀਏ, ਉਸ ਪਰਮੇਸ਼ਰ ਦਾ ਧੰਨਵਾਦ ਕਰ ਸਕੀਏ ਜਿਹਨੇ ਸਾਡੇ ਤੇ ਤਰਸ ਕੀਤਾ, ਕਿਰਪਾ ਕੀਤੀ ਤੇ ਆਪਣਾ ਪੁੱਤਰ ਭੇਜ ਦਿੱਤਾ, ਆਮੇਨ। ਫੋਕਸ ਨਾ ਕਰੋ ਵੀ ਕਿਹੜੇ ਦਿਨ, ਫੋਕਸ ਕਰੋ ਕਿ ਬੇਟੇ ਦਾ ਜਨਮ ਦਿਨ ਮਨਾ ਰਹੇ ਤੇ ਬੇਟੇ ਦਾ ਆਣ ਦਿਨ ਮਨਾ ਰਹੇ, ਇਹ ਫੋਕਸ ਕਰੋ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਆਣ ਦਿਨ ਮਨਾਇਆ ਜਾ ਰਿਹਾ ਆ, ਆਮੇਨ। ਸ਼ੁਕਰ ਕਰੀਏ ਉਸ ਪਰਮੇਸ਼ਰ ਦਾ। ਜੇ ਤੁਸੀਂ ਦੇਖੋ ਪ੍ਰਭੂ ਦੇ ਮਨੋਂ ਧਿਆਨ ਦੇ ਨਾਲ, ਪ੍ਰਭੂ ਦਾ ਵਚਨ ਦੇ ਵਿੱਚ ਲਿਖਿਆ ਹੈਗਾ ਆ, ਹਿਸਟਰੀ ਜਿਹੜੀ ਹੈਗੀ ਆ, ਹਿਸਟਰੀ ਵੀ ਦੱਸਦੀ ਹੈਗੀ ਆ ਕਿ ਸਾਰੀ ਹਿਸਟਰੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਚਾਰੋਂ ਪਾਸੇ ਘੁੰਮਦੀ ਆ। ਮੈਂ ਤੁਹਾਨੂੰ ਸ਼ਾਰਟਲੀ ਦੱਸਦਾ ਹਾਂ। ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਹਿਸਟਰੀ ਪੜ੍ਹਦੇ ਹੁੰਦੇ ਸੀਗੇ ਤੇ ਆਪਾਂ ਕਹਿੰਦੇ ਵੀ ਅਕਬਰ ਦਾ ਜਨਮ ਹੋਇਆ ਸੀ ਕਿੰਨਵੀਂ ਸਦੀ ਨੂੰ, ਫਲਾਨੀ ਸਦੀ ਨੂੰ, 415 BC, ਹੈ ਨਾ, ਕੁਛ ਏਦਾਂ। ਯਾਨੀ ਕਿ BC ਮਤਲਬ ਬਿਫੋਰ ਕ੍ਰਾਈਸਟ, 415 BC, 1500 BC। ਆਇਜ਼ਾਇਆ ਦੀ ਕਿਤਾਬ ਤਕਰੀਬਨ 1500 BC ਵੀ ਲਿਖੀ ਹੋਈ ਹੈ, ਯਾਨੀ ਕਿ ਬਿਫੋਰ ਕ੍ਰਾਈਸਟ, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਤੋਂ ਪਹਿਲਾਂ। ਹੁਣ ਤੋਂ ਜਦੋਂ ਪਿੱਛੇ ਜਾਂਦੇ ਆ ਬਿਫੋਰ ਕ੍ਰਾਈਸਟ ਆ ਜਾਂਦਾ, BC ਆ ਜਾਂਦਾ, ਲੇਕਿਨ ਇਹ ਬਾਅਦ ਦੇ ਵਿੱਚ ਹੈਗਾ ਆ ਪ੍ਰਭੂ ਯਿਸੂ ਮਸੀਹ ਜੀ ਆਉਣ ਤੋਂ ਬਾਅਦ, ਜਿੱਦਾਂ ਇਹਨਾਂ ਸਾਲਾਂ ਦੇ ਵਿੱਚ ਲਾ ਲਓ ਵੀ ਹੁਣ ਆਪਣਾ ਜਿਹੜਾ ਸਾਲ ਹੈਗਾ ਅੱਜ, ਹੁਣ ਆਪਾਂ 2022 ਦੇ ਵਿੱਚ ਹੈਗੇ ਆ, ਹਨਾ, 2023 ਆਪਣਾ ਚੱਲ ਰਿਹਾ ਹੈਗਾ। ਤੇ ਕੀ ਲਿਖਿਆ ਹਿਸਟਰੀ 'ਚ, ਕੀ ਲਿਖਣਗੇ ਉਹ ਹਿਸਟਰੀ ਵਿੱਚ ਲਿਖਣਗੇ 2022 AD। ਹੁਣ ਅਕਸਰ AD ਜਿਹੜੀ ਹੈਗੀ ਆ ਲੋਕ ਸੋਚਦੇ ਵੀ ਆਫਟਰ ਡੈਥ, ਲੇਕਿਨ ਆਫਟਰ ਡੈਥ ਨਹੀਂ ਆ AD ਦਾ ਮਤਲਬ। ਜੇ ਤੁਸੀਂ ਧਿਆਨ ਦੇ ਨਾਲ ਦੇਖੋ ਜਿਹੜਾ AD ਹੈ, AD ਦਾ ਮਤਲਬ ਕਹਿ ਲਓ ਕਿ ਦੱਸਿਆ ਗਿਆ ਹੈਗਾ ਆ ਐਨੋ ਡੋਮਿਨੀ, ANNO ਡੋਮਿਨੀ। AD ਦਾ ਮਤਲਬ ਹੈ ਐਨੋ ਡੋਮਿਨੀ। ਮਤਲਬ ਕੀ ਆ ਐਨੋ ਡੋਮਿਨੀ ਦਾ? ਇਨ ਦਾ ਈਅਰ ਆਫ ਦਾ ਬਰਥ ਆਫ ਦਾ ਲਾਰਡ, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਵਾਲੇ ਸਾਲ ਦੇ ਵਿੱਚ, ਯਾਨੀ ਕਿ ਪ੍ਰਭੂ ਆਪਾਂ 2022 AD ਚ ਹਾਂ, ਯਾਨੀ ਕਿ 2022 ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਸਾਲ ਤੋਂ ਬਾਅਦ, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਨੂੰ ਅੱਜ ਤਕਰੀਬਨ 2022 ਸਾਲ ਹੋ ਚੁੱਕੇ ਨੇ ਪ੍ਰਾਪਤ ਕਰੋ, ਆਮੇਨ। ਹਿਸਟਰੀ ਵੀ ਬਿਫੋਰ ਕ੍ਰਾਈਸਟ ਹੈ ਤੇ ਆਫ AD, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਤੋਂ ਬਾਅਦ ਵਾਲੇ ਜਿਹੜੇ ਸਾਲ ਨੇ।
ਬਿਫੋਰ ਕ੍ਰਾਈਸਟ। ਹਿਸਟਰੀ ਵੀ ਗਵਾਹ ਹੈ, ਹਿਸਟਰੀ ਵੀ ਗਵਾਹੀ ਦਿੰਦੀ ਆ ਪ੍ਰਭੂ ਤੇ ਬਣੋ ਕਿ ਸਾਰਾ ਟਾਈਮ ਜਿਹੜਾ ਹੈਗਾ ਆ ਉਹ ਵੀ ਗਵਾਹੀ ਦੇ ਰਿਹਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਆਏ ਸੀ। ਸਾਰੀ ਹਿਸਟਰੀ ਆਉਣ ਵਾਲੇ ਸਮੇਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਹੀ ਚਾਰੋਂ ਪਾਸੇ ਘੁੰਮ ਰਹੀ ਹੈ। ਜੇ ਟਾਈਮ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਚਾਰੋਂ ਪਾਸੇ ਘੁੰਮ ਰਿਹਾ, ਜੇ ਕੈਲੰਡਰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਚਾਰੋਂ ਪਾਸੇ ਘੁੰਮ ਰਿਹਾ ਹੈਗਾ ਆ, ਤੇ ਪ੍ਰਭੂ ਤੇ ਬਣੋ ਇੱਕ ਮਹੀਨਾ ਕ੍ਰਿਸਮਸ ਮਨਾਉਣ ਦਾ ਕੋਈ ਖਾਸ ਉਹ ਨਹੀਂਗਾ। ਲੋਕ ਕਹਿੰਦੇ ਨੇ ਇੱਕ ਦਿਨ ਮਨਾਓ, ਨਹੀਂ, ਆਪਾਂ ਇੱਕ ਮਹੀਨਾ, ਆਪਾਂ ਸਾਲ, ਬਲਕਿ ਆਪਾਂ ਨੂੰ ਲਗਾਤਾਰ ਹਰ ਦਿਨ ਯਾਦ ਕਰਨਾ ਚਾਹੀਦਾ ਆ, ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਪਿਆਰ ਕੀਤਾ ਤੇ ਆਪਣਾ ਇਕਲੌਤਾ ਪੁੱਤਰ ਭੇਜ ਦਿੱਤਾ ਦੁਨੀਆ ਤੇ ਸਾਨੂੰ ਬਚਾਉਣ ਦੇ ਵਾਸਤੇ। ਆਮੇਨ। ਜ਼ਬਰਦਸਤ ਪ੍ਰਭੂ ਤੇ ਬਣੋ। ਸੋ ਅਗਲਾ ਪੁਆਇੰਟ ਆਪਾਂ ਦੇਖਾਂਗੇ ਪ੍ਰਭੂ ਤੇ ਬਣੋ, ਕ੍ਰਿਸਮਸ ਜਿਹੜੀ ਹੈਗੀ ਆ ਇਹ ਕਾਹਤੋਂ ਮਨਾਈ ਜਾ ਰਹੀ ਹੈਗੀ ਆ। ਆਮੇਨ। ਕੀ ਇਹਦਾ ਅਗਲਾ ਸੱਚ ਕੀ ਹੈਗਾ? ਅਗਲਾ ਸੱਚ ਜਿਹੜਾ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹਨਾ ਹੈ ਪ੍ਰਭੂ ਤੇ ਪੜਾਂਗੇ ਸੰਤ ਲੂਕਾ ਚੈਪਟਰ 2 ਉਹਦਾ 9ਵੇਂ ਵਰਸ ਤੋਂ ਲੈ ਕੇ 11ਵੇਂ ਵਰਸ ਤੱਕ ਪੜਾਂਗੇ ਆਪਾਂ। ਲੂਕ ਚੈਪਟਰ 2 ਵਰਸ 9 to 11 ਦੇਖਾਂਗੇ ਪੰਜਾਬੀ ਦੇ ਵਿੱਚ। ਇਹ ਅਗਲਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਨਾ ਹੈ ਕਿ ਜਿਹੜੀ ਕ੍ਰਿਸਮਸ ਹੈਗੀ ਆ ਇਹ ਤਾਂ ਪ੍ਰਭੂ ਦੇ ਪੜਾ ਕਿਉਂਕਿ ਕ੍ਰਿਸਮਸ ਹੀ ਆ, ਕ੍ਰਿਸਮਸ ਦਾ ਤਿਉਹਾਰ ਹੀ ਆ ਜਿਸ ਦਿਨ ਰੱਬ ਸਾਡੇ ਲਈ ਗੁੱਡ ਨਿਊਜ਼ ਲੈ ਕੇ ਆਇਆ ਸੀਗਾ, ਸ਼ੁਭ ਸਮਾਚਾਰ। ਤੇ ਕਹਾਂ ਜਾ ਕੇ ਪ੍ਰਭੂ ਨੇ ਆਖਿਆ ਆਪਣੇ ਸਾਰੇ ਚੇਲਿਆਂ ਨੂੰ ਲਾ ਵੀ ਹੋਣਾ ਸ਼ੁਭ ਸਮਾਚਾਰ ਚੱਕੋ, ਸਾਰੀ ਦੁਨੀਆ 'ਚ ਪੈ ਜਾਓ, ਯਾਨੀ ਕਿ ਸਾਰੀ ਦੁਨੀਆ 'ਚ ਭਰ ਜਾਓ ਤੇ ਜਾ ਕੇ ਹਰ ਇੱਕ ਕਬੀਲੇ 'ਚ ਜਾਓ, ਹਰ ਇੱਕ ਦੇਸ਼ ਵਿੱਚ ਜਾਓ, ਹਰ ਇੱਕ ਪਿੰਡ ਵਿੱਚ ਜਾਓ, ਹਰ ਇੱਕ ਸ਼ਹਿਰ ਵਿੱਚ ਜਾਓ, ਹਰ ਇੱਕ ਕਲਚਰ 'ਚ ਜਾਓ, ਹਰ ਪਾਸੇ ਜਾਓ ਤੇ ਜਾ ਕੇ ਖੁਸ਼ਖਬਰੀ ਦਿਓ। ਉਹਨਾਂ ਨੂੰ ਦੱਸੋ ਖੁਸ਼ਖਬਰੀ ਆ ਗਈ ਆ, ਤੁਹਾਡੇ ਪਾਪ ਮਾਫ ਕਰਨ ਵਾਲਾ ਪਰਮੇਸ਼ਰ ਕ੍ਰਿਸਮਸ ਤੇ ਜਨਮ ਲੈ ਚੁੱਕਿਆ ਤੇ ਸਲੀਬ ਤੇ ਆਪਣੀ ਜਾਨ ਦੇ ਚੁੱਕਿਆ ਤੇ ਤੁਹਾਡੇ ਪਾਪ ਮਾਫ ਹੋ ਗਏ ਨੇ। ਆਮੇਨ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਦੂਤ ਪ੍ਰਗਟ ਹੋਏ ਸੀਗੇ ਉਹਨਾਂ ਪਾਸਟਰਸ ਦੇ ਸਾਹਮਣੇ, ਚਰਵਾਹਿਆਂ ਦੇ ਸਾਹਮਣੇ, ਜਿਹੜੇ ਚਰਵਾਹ ਰਹੇ ਸੀਗੇ, ਚਰਵਾਹੇ ਜਿਹੜੇ ਸੀਗੇ, ਤੇ ਉਹ ਜਿਹੜੇ ਦੂਤ ਸੀਗੇ ਉਹ ਆ ਕੇ ਉਹਨਾਂ ਨੇ ਆਹੀ ਆਖਿਆ ਸੀਗਾ ਕਿ ਖੁਸ਼ਖਬਰੀ ਲੈ ਕੇ ਆਏ ਹਾਂ ਅਸੀਂ ਤੁਹਾਡੇ ਸਾਹਮਣੇ। ਖੁਸ਼ਖਬਰੀ ਕੀ ਆ ਕਿ ਮੁਕਤੀ ਦਾਤਾ ਪੈਦਾ ਹੋ ਗਿਆ ਹੈ ਦਾਊਦ ਦੇ ਘਰਾਣੇ ਦੇ ਵਿੱਚ। ਇਹ ਉਹੀ ਮੁਕਤੀ ਦਾਤਾ ਆ ਜਿਹਨੇ ਸਾਰੀ ਦੁਨੀਆ ਦੇ ਪਾਪ ਮਾਫ ਕਰ ਦੇਣੇ ਨੇ। ਇਹ ਖੁਸ਼ਖਬਰੀ ਆ। ਆਮੇਨ। ਇਹ ਕ੍ਰਿਸਮਸ ਨੂੰ ਫੀਸਟ ਆਫ ਜੋਏ ਵੀ ਕਹਿੰਦੇ ਨੇ, ਖੁਸ਼ੀ ਦਾ ਤਿਉਹਾਰ ਵੀ ਕਹਿੰਦੇ ਨੇ। ਅਕਸਰ ਆਪਾਂ ਗੀਤ ਵੀ ਗਾਉਂਦੇ ਆ, ਖੁਸ਼ੀ ਖੁਸ਼ੀ ਮਨਾਓ, ਖੁਸ਼ੀ ਖੁਸ਼ੀ ਮਨਾਓ। ਆਮੇਨ। ਤੇ ਪ੍ਰਭੂ ਦੇ ਖੁਸ਼ੀ ਕਾਹਤੋਂ ਮਨਾਈਏ? ਖੁਸ਼ੀ ਕਿਉਂਕਿ ਇਹਦੇ ਪਿੱਛੇ ਸੱਚ, ਕ੍ਰਿਸਮਸ ਦੇ ਪਿੱਛੇ ਜਿਹੜਾ ਸੱਚ ਛੁਪਿਆ ਆ ਕਿ ਪਰਮੇਸ਼ਰ ਗੁੱਡ ਨਿਊਜ਼ ਲੈ ਕੇ, ਸ਼ੁਭ ਸਮਾਚਾਰ ਲੈ ਕੇ ਆਇਆ ਸਾਨੂੰ ਬਚਾਉਣ ਦੇ ਵਾਸਤੇ। ਇਹ ਸੱਚ ਨੂੰ ਅੱਗੇ ਰੱਖ ਕੇ ਆਪਾਂ ਖੁਸ਼ ਹੋ ਸਕਦੇ ਹਾਂ। ਜਿਹੜੇ ਬਾਹਰ ਗੁਰੂ ਪੀਰ ਪੈਗੰਬਰਾਂ ਦੇ ਰਾਜੇ ਮਹਾਰਾਜਾ ਦੇ ਜਨਮ ਦਿਨ ਮਨਾਏ ਜਾਂਦੇ ਨੇ, ਉਹਨਾਂ ਦੇ ਪਿੱਛੇ ਕੋਈ ਸੱਚ ਨਹੀਂ ਛੁਪਿਆ ਹੋਇਆ ਜਿਹਦੇ ਨਾਲ ਤੁਹਾਨੂੰ ਬਰਕਤ ਮਿਲੇ। ਵੀ ਹਾਂਜੀ ਫਲਾਨਾ ਪੀਰ ਪੈਦਾ ਹੋਇਆ, ਫਲਾਨਾ ਗੁਰੂ ਦਾ ਜਨਮ ਦਿਨ ਮਨਾ ਰਿਹਾ, ਅੱਜ ਫਲਾਨੀ ਗੁਰੂ ਦਾ ਜਨਮ ਦਿਨ ਆ, ਅੱਜ ਫਲਾਨੀ ਗੁਰੂ ਦਾ ਜਨਮ ਦਿਨ ਆ। ਉਹ ਉੱਥੋਂ ਕੋਈ ਸੱਚ ਨਹੀਂ ਮਿਲ ਰਿਹਾ ਆਪਾਂ ਨੂੰ, ਉੱਥੋਂ ਕੋਈ ਬਰਕਤ ਨਹੀਂ ਮਿਲ ਰਹੀ ਆਪਾਂ ਨੂੰ, ਉੱਥੋਂ ਕੋਈ ਬਲੈਸਿੰਗ ਨਹੀਂ ਮਿਲ ਰਹੀ ਆਪਾਂ ਨੂੰ, ਉੱਥੋਂ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਆਪਾਂ ਨੂੰ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਵਿੱਚ ਜਿਹੜੇ ਸੱਚ ਛੁਪੇ ਹੋਏ ਨੇ, ਜਨਮ ਦਿਨ ਤੇ ਜਿਹੜੇ ਸੱਚ ਛੁਪੇ ਹੋਏ ਨੇ, ਕ੍ਰਿਸਮਸ ਦੇ ਟਾਈਮ ਤੇ ਜਿਹੜੇ ਸੱਚ ਛੁਪੇ ਹੋਏ ਨੇ, ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸੱਚ ਕ੍ਰਿਸਮਸ ਡੇ। ਆਓ ਦੇਖਾਂਗੇ, ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚੋਂ ਪ੍ਰਭੂ ਸੰਤ ਲੂਕਾ ਚੈਪਟਰ 2 ਵਰਸ 9 to 11 ਪੰਜਾਬੀ ਦੇ ਵਿੱਚ ਦੇਖਾਂਗੇ। ਜੀ ਹਾਂ, ਲੂਕ 2 ਦਾ 9 ਤੋਂ 11। ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਇਸ ਦੇ ਨਾਲ ਹੀ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ। ਚਰਵਾਹੇ ਬਹੁਤ ਡਰ ਗਏ, ਪਰ ਦੂਤ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਇਹ ਸਾਰਿਆਂ ਲੋਕਾਂ ਲਈ ਹੈ। ਅੱਜ ਦਾਊਦ ਦੇ ਨਗਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀ ਦਾਤੇ ਨੇ ਜਨਮ ਲਿਆ ਹੈ। ਇਹ ਪ੍ਰਭੂ ਮਸੀਹ ਹੈ। ਜ਼ਬਰਦਸਤ, ਹਾਲੇਲੂਇਆ, ਆਮੇਨ। ਦੂਤਾਂ ਨੇ ਆਖਿਆ ਆਕੇ ਚਰਵਾਹਾਂ ਨੂੰ, ਵਾਓ, ਖੁਸ਼ਖਬਰੀ ਦਾ ਸੰਦੇਸ਼ ਲੈ ਕੇ ਆਏ ਹਾਂ ਅਸੀਂ। ਖੁਸ਼ਖਬਰੀ ਦਾ ਬਖਸ਼ਣਹਾਰ ਪੈਦਾ ਹੋ ਗਿਆ ਤੁਹਾਡੇ।
थोड़े पाप माफ करने वाला मुक्तिदाता पैदा हो गया धरती ते। ये सारी धरती दे पापां नूं गुनाहां नूं चक्कण वाला परमेश्वर पैदा हो गया क्रिसमस ते। ये बहुत बड़ा सच आ प्यारे भरावो, आओ क्रिसमस मनाइए, आओ परमेश्वर का धन्नवाद करिए कि परमेश्वर ने साडे पाप माफ कीते, परमेश्वर ने साडे ते कृपा की, परमेश्वर ने साडे ते दया की भरावो ते भैणों, ताकि आप परमेश्वर का नाम उच्चा कर सकिए। कितना बड़ा सच क्रिसमस के पीछे छुपया होया भरावो ते भैणों। आमीन। आओ अपना अगला पॉइंट देखेंगे आप भरावो ते भैणों कि इस क्रिसमस नूं रोशनी का त्योहार भी कहा जाता है, चानण का त्योहार भी कहा जाता है। दोबारा फिर चढ़िया लोको यसु सच का चंद्रमा, चंद्रमा जिहड़ा हैगा आ ਉਹ ਚਾਨਣ ਦੀ ਗੱਲ ਹੋ ਰਹੀ ਹੈ, ਜਾਨੀ ਕਿ ਚੜਿਆ ਲੋਕੋ ਯਿਸੂ ਸੱਚ ਦਾ ਚਾਨਣ, ਜਾਨੀ ਕਿ ਸੱਚ ਦਾ ਚਾਨਣ। ਕ੍ਰਿਸਮਸ ਤੇ ਇੱਕ ਸੱਚ ਦਾ ਚਾਨਣ ਚਮਕ ਰਿਹਾ ਆ। ਕੀ ਸੱਚ ਦਾ ਚਾਨਣ, ਕਿਹੜਾ ਚਾਨਣ ਹੈ ਇਦਾਂ ਦਾ ਭਰਾਵੋ ਤੇ ਭੈਣੋ? ਇਹ ਕੋਈ ਇਦਾਂ ਦਾ ਚਾਨਣ ਨਹੀਂਗਾ, ਇਹ ਕੋਈ ਇਸ ਤਰ੍ਹਾਂ ਦਾ ਚਾਨਣ ਨਹੀਂ ਜਿਹੜਾ ਕਿਸੇ ਟੀਚਰ ਨੇ, ਹੈਡਮਾਸਟਰ ਨੇ ਇੱਕ ਬੱਚੇ ਨੂੰ ਪੁੱਛਿਆ ਬੇਟਾ ਦੱਸੋ ਕਿਹੜੀ ਲਾਈਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਆਪਣੇ ਸੂਰਜ ਦੀ ਲਾਈਟ ਜਾਂ ਘਰੇ ਜਿਹੜੀ ਇਲੈਕਟ੍ਰਿਸਿਟੀ ਤੋਂ ਬਲਬ ਚਮਕਦੇ ਨੇ ਉਹ। ਤੇ ਉਹ ਸਟੂਡੈਂਟ ਜਿਹੜਾ ਸੀਗਾ, ਬੱਚਾ ਜਿਹੜਾ ਸੀਗਾ ਛੋਟਾ ਜਿਹਾ, ਉਹਨੇ ਸੋਚ ਕੇ ਦੱਸਿਆ, ਕਹਿੰਦਾ ਟੀਚਰ ਜੀ ਜਿਹੜੇ ਇਲੈਕਟ੍ਰਿਸਿਟੀ ਵਾਲੀ ਇੰਪੋਰਟੈਂਟ ਆ। ਉਹ ਕਹਿੰਦੀ ਐਂ ਕਾਹਤੋਂ, ਇਲੈਕਟ੍ਰਿਸਿਟੀ ਕਾਹਤੋਂ ਇੰਪੋਰਟੈਂਟ ਆ ਵੀ ਸੂਰਜ ਤੋਂ ਵੀ ਜ਼ਿਆਦਾ ਇਲੈਕਟ੍ਰਿਸਿਟੀ ਇੰਪੋਰਟੈਂਟ ਆ? ਕਹਿੰਦਾ ਹਾਂਜੀ ਜੀ, ਕਹਿੰਦੀ ਹਾਂਜੀ ਕਿਉਂਕਿ ਸੂਰਜ ਤਾਂ ਦਿਨੇ ਹੀ ਚਮਕਦਾ ਆ ਹਨਾ, ਜਦੋਂ ਲੋੜ ਹੀ ਨਹੀਂ ਹੁੰਦੀ, ਲੇਕਿਨ ਇਲੈਕਟ੍ਰਿਸਿਟੀ ਕਹਿੰਦਾ ਰਾਤ ਨੂੰ ਚਮਕਦੀ ਆ, ਜਦੋਂ ਹਨੇਰਾ ਹੁੰਦਾ ਸਾਨੂੰ ਲੋੜ ਪੈਂਦੀ ਆ, ਅਸੀਂ ਟਰਨ ਔਨ ਕਰ ਲਈਦੀ। ਚਾਨਣ ਬਥੇਰੇ ਤਰੀਕੇ ਦੇ ਨੇ ਦੁਨੀਆ 'ਚ ਭਰਾਵੋ ਤੇ ਭਰਾਵੋ, ਲੇਕਿਨ ਇੱਕ ਐਸਾ ਚਾਨਣਾ ਜਿਹੜਾ ਰੱਬੀ ਚਾਨਣਾ। ਕ੍ਰਿਸਮਸ ਤੇ ਇੱਕ ਹੋਰ ਸੱਚ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਉਹ ਰੱਬੀ ਚਾਨਣ, ਇਹ ਰੂਹਾਨੀ ਚਾਨਣਾ, ਇਹ ਪਰਮੇਸ਼ਰ ਦੇ ਰੂਹ ਦਾ ਚਾਨਣਾ, ਇਹ ਪਰਮ ਆਤਮਾ ਦਾ ਚਾਨਣਾ। ਕ੍ਰਿਸਮਸ ਤੇ ਜਿਹੜੇ ਇਨਸਾਨ ਆਪਣਾ ਦਿਲ ਖੋਲ ਕੇ ਕ੍ਰਿਸਮਸ ਨੂੰ ਮਨਾਉਂਦੇ ਨੇ, ਜਿਹੜੇ ਇਨਸਾਨ, ਇਹ ਦੇਖਣ ਦੀ ਗੱਲ ਆ, ਤੁਸੀਂ ਕ੍ਰਿਸਮਸ ਮਨਾਉਂਦੇ ਹੋ, ਕ੍ਰਿਸਮਸ ਨੂੰ ਅਸਲੀ ਤਰੀਕੇ ਦੇ ਨਾਲ ਕਿੱਦਾਂ ਮਨਾਇਆ ਜਾ ਸਕਦਾ ਹੈ? ਕ੍ਰਿਸਮਸ ਨੂੰ ਅਸਲੀ ਤਰੀਕੇ ਦੇ ਨਾਲ ਆਪਣਾ ਦਿਲ ਖੋਲ ਕੇ ਉਸ ਮੁਕਤੀਦਾਤਾ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ। ਜੇ ਤੁਸੀਂ ਬਾਹਰ ਚਾਨਣ ਲਾ ਲਿਆ, ਆ ਕਰ ਲਿਆ, ਉਹ ਕਰ ਲਿਆ, ਲੇਕਿਨ ਆਪਣਾ ਦਿਲ ਖੋਲ ਕੇ ਉਸ ਮੁਕਤੀਦਾਤਾ ਨੂੰ ਨਹੀਂ ਸਵੀਕਾਰ ਕੀਤਾ, ਤਾਂ ਫਿਰ ਕ੍ਰਿਸਮਸ ਕਿੱਦਾਂ ਦੀ ਬਣਾਈ ਤੁਸੀਂ? ਲੇਕਿਨ ਜਿਹੜੇ ਇਸ ਕ੍ਰਿਸਮਸ ਤੇ ਆਪਣਾ ਦਿਲ ਖੋਲ ਕੇ ਇਹ ਕ੍ਰਿਸਮਸ ਦਾ ਸੱਚ ਸਵੀਕਾਰ ਕਰਦੇ ਨੇ ਤੇ ਆਪਣੇ ਦਿਲ ਵਿੱਚ ਇਸ ਸੱਚੇ ਪਰਮਾਤਮਾ ਨੂੰ ਸਵੀਕਾਰ ਕਰਦੇ ਨੇ, ਵਚਨ ਆਖਦਾ ਹੈ ਕਿ ਉਹਨਾਂ ਦੇ ਅੰਦਰ ਪਰਮ ਆਤਮਾ ਉਤਰ ਆਉਂਦਾ ਆ। ਉਹਨਾਂ ਦੇ ਦਿਲ ਦੇ ਵਿੱਚ ਪਰਮਾਤਮਾ ਦਾ ਚਾਨਣ ਚਮਕ ਉੱਠਦਾ ਆ, ਰੱਬੀ ਚਾਨਣ ਚਮਕ ਉੱਠਦਾ ਆ। ਉਹਨਾਂ ਦੇ ਦਿਲ ਵਿੱਚ ਪਰਮੇਸ਼ਵਰ ਦਾ ਚਾਨਣ ਚਮਕ ਉੱਠਦਾ ਹੈ। ਤਾਂ ਇਹ ਲਿਖਿਆ ਚੜਿਆ ਲੋਕੋ ਯਿਸੂ ਸੱਚ ਦਾ ਚੰਦਰਮਾ। ਆਮੀਨ। ਸਾਡੇ ਵਿੱਚ ਵੀ ਸੱਚ ਦਾ ਚੰਦਰਮਾ ਚੜ ਪੈਂਦਾ ਹੈ। ਆਮੀਨ। ਇੱਕ ਐਸਾ ਚੰਦਰਮਾ ਹੈ ਜਿਹੜੇ ਤੁਹਾਨੂੰ ਪਤਾ ਵੀ ਚੰਦ ਦੀ ਆਪਣੀ ਲਾਈਟ ਨਹੀਂ ਹੁੰਦੀ, ਚੰਦ ਜਿਹੜਾ ਹੈ ਸੂਰਜ ਦੀ ਲਾਈਟ ਨਾਲ ਚਮਕਦਾ ਹੈ। ਉਸੇ ਤਰ੍ਹਾਂ ਸਾਡੇ ਵਿੱਚ ਜਿਹੜਾ ਚੰਦਰਮਾ ਚਮਕਦਾ ਆ, ਇਹ ਸਾਡੀ ਆਪਣੀ ਲਾਈਟ ਨਹੀਂ, ਇਹ ਸੱਚ ਦਾ ਚੰਦਰਮੇ ਦੀ ਲਾਈਟ ਹੈ, ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੀ ਲਾਈਟ ਆ। ਪਰਮ ਆਤਮਾ ਦਾ ਦਾਨ ਦਿੱਤਾ ਜਾਂਦਾ ਆ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰ ਲੈਂਦੇ ਨੇ। ਇਹ ਹੈ ਸੱਚ ਕ੍ਰਿਸਮਸ ਦਾ। ਪੜਾਈਏ ਪਰਮੇਸ਼ਰ ਦੇ ਵਿੱਚ ਵਿੱਚੋਂ ਆਪਾਂ ਪ੍ਰਭੂ ਦੇ ਬਣਾਓ ਦੇਖਾਂਗੇ ਚਾਨਣ ਦਾ ਤਿਉਹਾਰ ਕਿਹਾ ਜਾਂਦਾ। ਸੰਤ ਯੋਹੰਨਾ ਚੈਪਟਰ 8 ਵਰਸ 12, ਜੌਨ ਚੈਪਟਰ 8 ਵਰਸ 12 ਦੇਖਾਂਗੇ ਪੰਜਾਬੀ ਚ। ਜੀ ਹਾਂ, ਯੋਹੰਨਾ 8:12। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਸੰਸਾਰ ਦੀ ਜੋਤੀ ਹਾਂ, ਜੋ ਮੇਰੇ ਪਿੱਛੇ ਆਏਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਜੀਵਨ ਦੀ ਜੋਤੀ ਪ੍ਰਾਪਤ ਕਰੇਗਾ। ਹਾਲੇਲੂਇਆ, ਆਮੇਨ। ਇਹ ਸੱਚ ਚਾਨਣ ਆ ਜਿਸ ਚਾਨਣ ਦੇ ਨਾਲ ਹਨੇਰਾ ਭੱਜਦਾ ਆ। ਜਦੋਂ ਹਨੇਰੇ ਦੀ ਗੱਲ ਹੁੰਦੀ ਹੈ, ਕਿਹੜੀ ਗੱਲ ਹੁੰਦੀ ਆ? ਜਦੋਂ ਹਨੇਰੇ ਦੀ ਗੱਲ ਹੁੰਦੀ ਆ ਉਦੋਂ ਪਾਪਾਂ ਦੀ ਗੱਲ ਹੋ ਰਹੀ ਆ। ਜਦੋਂ ਹਨੇਰੇ ਦੀ ਗੱਲ ਹੁੰਦੀ ਆ ਉਦੋਂ ਸ਼ੈਤਾਨ ਦੀ ਗੱਲ ਹੋ ਰਹੀ ਆ, ਉਦੋਂ ਬਦਲੂਆਂ ਦੀ ਗੱਲ ਹੋ ਰਹੀ ਆ, ਉਦੋਂ ਐਡਿਕਸ਼ਨਸ ਦੀ ਗੱਲ ਹੋ ਰਹੀ ਆ। ਜਦੋਂ ਹਨੇਰੇ ਦੀ ਗੱਲ ਹੁੰਦੀ ਆ ਉਦੋਂ ਡਰ ਦੀ ਗੱਲ ਹੋ ਰਹੀ ਆ, ਉਦੋਂ ਝੂਠ ਦੀ ਗੱਲ ਹੋ ਰਹੀ ਆ। ਆਮੀਨ। ਉਦੋਂ ਸ਼ਰਾਬਾਂ ਕਬਾਬਾਂ ਦੀ ਗੱਲ ਹੋ ਰਹੀ ਆ, ਉਦੋਂ ਡਰੂਗਾਂ ਦੀ ਗੱਲ ਹੋ ਰਹੀ ਆ। ਸਾਰੀ ਚੀਜ਼ਾਂ ਹਨੇਰੇ ਥੱਲੇ ਆ ਜਾਂਦੀਆਂ ਨੇ। ਬਿਮਾਰੀ ਦੀ ਗੱਲ ਹੋ ਰਹੀ ਆ, ਦਰਦ ਦੀ ਗੱਲ ਹੋ ਰਹੀ ਆ, ਤਕਲੀਫ ਦੀ ਗੱਲ ਹੋ ਰਹੀ ਆ, ਬੰਧਨਾਂ ਦੀ ਗੱਲ ਹੋ ਰਹੀ ਆ, ਡਿਪਰੈਸ਼ਨ ਦੀ ਗੱਲ ਹੋ ਰਹੀ ਆ। ਇਹ ਸਾਰਾ ਕੁਝ ਹਨੇਰੇ ਥੱਲੇ ਆ ਜਾਂਦਾ। ਲੇਕਿਨ ਜਦੋਂ ਇਹ ਚਾਨਣ ਆਪਣੇ ਜੀਵਨ ਦੇ ਵਿੱਚ ਚਮਕਦਾ ਆ, ਪ੍ਰਭੂ ਦਾ ਵਚਨ ਕਹਿੰਦਾ ਆ ਆਪਣਾ ਸਾਰਾ ਸਰੀਰ, ਆਪਣੀ ਜਾਨ, ਆਪਣੀ ਰੂਹ ਚਾਨਣ ਹੋ ਜਾਂਦੀ ਆ।
ਆਪਣੀ ਰੂਹ ਦੇ ਵਿੱਚੋਂ ਹਨੇਰਾ ਤਾਂ ਜਾਂਦਾ ਹੀ ਜਾਂਦਾ ਆ, ਲੇਕਿਨ ਪ੍ਰਭੂ ਦੇ ਬਣੋ ਆਪਣੀ ਜਾਨ ਦੇ ਵਿੱਚੋਂ ਵੀ ਹਨੇਰੇ ਵਾਲੀਆਂ ਚੀਜ਼ਾਂ ਚਲੀ ਜਾਂਦੀਆਂ ਨੇ। ਲੇਕਿਨ ਕੱਲਾ ਹੀ ਨਹੀਂ, ਆਪਣੇ ਸਰੀਰ ਦੇ ਵਿੱਚੋਂ ਵੀ ਹਨੇਰਾ ਤੇ ਹਨੇਰੇ ਦੇ ਕੰਮ ਚਲੇ ਜਾਂਦੇ ਨੇ। ਸਰੀਰ 'ਚ ਦਰਦ ਟੁੱਟ ਜਾਂਦੇ ਨੇ, ਬਿਮਾਰੀਆਂ ਟੁੱਟ ਜਾਂਦੀਆਂ ਨੇ, ਬਦਲੂਆਂ ਭੱਜ ਜਾਂਦੀਆਂ ਨੇ, ਕੀਤਾ ਕਰਾਇਆ ਖਤਮ ਹੋ ਜਾਂਦਾ ਹੈ, ਕੰਡਮਨੇਸ਼ਨ ਖਤਮ ਹੋ ਜਾਂਦੀ ਆ, ਸ਼ਰਾਫ ਪੁਰਾਣੇ ਖਤਮ ਹੋ ਜਾਂਦੇ ਨੇ। ਆਮੇਨ। ਇਹ ਪਰਮੇਸ਼ਵਰ ਦਾ ਚਾਨਣਾ, ਇਹ ਰੱਬੀ ਚਾਨਣਾ, ਇਹ ਪਰਮ ਆਤਮਾ ਦਾ ਚਾਨਣਾ ਜਿਹੜਾ ਆਪਣੇ ਜੀਵਨ ਦੇ ਵਿੱਚ ਆ ਜਾਂਦਾ ਆ। ਵਾਓ, ਪ੍ਰਭੂ ਯਿਸੂ ਨੂੰ ਸਵੀਕਾਰ ਕਰਕੇ ਤੁਸੀਂ ਐਸਾ ਚਾਨਣ ਪ੍ਰਾਪਤ ਕਰਦੇ ਹੋ ਜਿਹੜਾ ਪਰਮ ਆਤਮਾ ਦਾ ਚਾਨਣਾ, ਪਵਿੱਤਰ ਆਤਮਾ ਦਾ ਚਾਨਣਾ। ਛੋੜੇ ਹੁੰਦੇ ਆਪਾਂ ਪਰਮਾਤਮਾ ਕਰਦੇ ਹੁੰਦੇ ਸੀ, ਆਲੋ ਆ ਗਿਆ ਪਰਮਾਤਮਾ ਹੈ। ਹਰ ਉਸ ਜੀਵਨ ਦੇ ਵਿੱਚ ਆ ਗਿਆ ਜਿਹਨੇ ਆਪਣਾ ਯਿਸੂ ਦਿਲ ਖੋਲ ਕੇ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ, ਜਿਹਨੇ ਪ੍ਰਭੂ ਯਿਸੂ ਮਸੀਹ ਜੀ ਦਾ ਆਣ ਦੇਣ ਤੇ ਪ੍ਰਭੂ ਯਿਸੂ ਮਸੀਹ ਜੀ ਦੀ ਕੁਰਬਾਨੀ ਨੂੰ ਸਵੀਕਾਰ ਕਰ ਲਿਆ, ਜਿਹੜਾ ਵਿਸ਼ਵਾਸ ਕਰਦਾ ਹੈ ਕਿ ਪ੍ਰਭੂ ਯਿਸੂ ਸਵਰਗੋਂ ਆਏ ਨੇ, ਇੱਕ ਬੰਦਾ ਬਣ ਕੇ ਧਰਤੀ ਤੇ ਆਏ ਨੇ ਤੇ ਪੈਦਾ ਹੋਏ ਨੇ, ਸਾਡੇ ਪਾਪਾਂ ਦੀ ਖਾਤਰ ਮਾਰੇ ਗਏ ਸਲੀਬ ਦੇ ਉੱਤੇ ਤੇ ਮਰਨ ਤੋਂ 3 ਦਿਨ ਬਾਅਦ ਫੇਰ ਜੀ ਉੱਠੇ। ਜੇ ਤੁਹਾਡਾ ਇਹ ਵਿਸ਼ਵਾਸ ਆ, ਭਰਾਵੋ ਤੇ ਪਹਿਲਾਂ ਮੈਂ ਤੁਹਾਨੂੰ ਵਧਾਈਆਂ ਦੇਣਾ ਚਾਹੁੰਦਾ ਆ, ਕਿਉਂਕਿ ਵਾਕਿਆ ਤੁਹਾਡੇ ਜੀਵਨ ਦੇ ਵਿੱਚ ਵੀ ਪਰਮਾਤਮਾ ਆ ਗਿਆ, ਪਰਮਾਤਮਾ ਤੁਹਾਨੂੰ ਮਿਲ ਗਿਆ ਤੇ ਤੁਸੀਂ ਪਰਮਾਤਮਾ ਨੂੰ ਮਿਲ ਗਏ ਹੋ। ਤੁਹਾਡੇ ਵਿੱਚ ਪਰਮ ਆਤਮਾ ਦਾ ਚਾਨਣ ਆ ਗਿਆ ਤੇ ਇਹ ਚਾਨਣ ਆ ਕੇ ਤੁਹਾਡੇ ਸਾਰੇ ਦੁੱਖ ਦੂਰ ਕਰੂ, ਤੁਹਾਡਾ ਸਾਰਾ ਹਨੇਰਾ ਦੂਰ ਕਰੂ, ਤੁਹਾਡੇ ਜਾਨ ਦੇ ਵਿੱਚੋਂ, ਤੁਹਾਡੇ ਸਰੀਰ ਦੇ ਵਿੱਚੋਂ, ਤੁਹਾਡੀ ਰੂਹ ਦੇ ਵਿੱਚੋਂ ਤੁਹਾਨੂੰ ਚਾਨਣ ਕਰ ਦੂ। ਕਿੱਡਾ ਬੜਾ ਸੱਚਾ ਪ੍ਰਾਪਤ ਬਣਾ ਚੁੱਕਿਆ ਹੋਇਆ ਇਸ ਕ੍ਰਿਸਮਸ ਦੇ ਪਿੱਛੇ। ਆਓ ਕ੍ਰਿਸਮਸ ਮਨਾਈਏ, ਪੂਰੇ ਦਿਲ ਦੇ ਨਾਲ ਮਨਾਈਏ, ਪੂਰੀ ਜਾਨ ਦੇ ਨਾਲ ਮਨਾਈਏ। ਆਮੇਨ। ਰੱਬ ਨੂੰ ਮਹਿਮਾ ਦਿੰਦੇ ਹੋਏ, ਗਾਉਂਦੇ ਹੋਏ ਮਨਾਈਏ, ਨੱਚਦੇ ਹੋਏ ਮਨਾਈਏ, ਆਮੇਨ, ਭੰਗੜੇ ਪਾਉਂਦੇ ਹੋਏ ਮਨਾਈਏ, ਕਿਉਂਕਿ ਛੋਟਾ ਮੋਟਾ ਕੰਮ ਨਹੀਂ ਹੋਇਆ, ਛੋਟਾ ਮੋਟਾ ਤਿਉਹਾਰ ਨਹੀਂਗਾ, ਛੋਟਾ ਮੋਟਾ ਜਨਮ ਦਿਨ। ਇਹ ਜਨਮ ਦਿਨ ਤੇ ਆਣ ਦਿਨ ਹੈ ਰਾਜਾ ਦਾ ਰਾਜਾ ਦਾ, ਪ੍ਰਭੂਆਂ ਦਾ ਪ੍ਰਭੂ ਆ, ਪ੍ਰਭੂ ਦਾ, ਉਸ ਕ੍ਰੀਏਟਰ ਦਾ, ਇਹ ਜਹਾਨ ਨੂੰ ਰਚਣ ਵਾਲੇ ਪਰਮੇਸ਼ਰ ਦਾ, ਤੁਹਾਨੂੰ ਜਾਨ ਦੇਣ ਵਾਲੇ ਪਰਮੇਸ਼ਰ ਦਾ, ਤੁਹਾਨੂੰ ਜਨਮ ਦੇਣ ਵਾਲੇ ਪਰਮੇਸ਼ਰ ਦਾ ਜਨਮ ਦਿਨ ਆ ਤੇ ਉਹਦਾ ਆਣ ਦਿਨ ਆ। ਪ੍ਰਭੂ ਤੇ ਪਹਿਲਾਂ ਦੁਆਰਾ ਫੇਰ ਸਾਨੂੰ ਮਾਫ ਕਰਨ ਵਾਸਤੇ ਆਇਆ, ਸਾਨੂੰ ਬਚਾਉਣ ਦੇ ਵਾਸਤੇ ਆਇਆ। ਐਡਾ ਵੱਡਾ ਪਿਆਰ ਆ ਉਸ ਪਰਮੇਸ਼ਰ ਦਾ। ਧੰਨਵਾਦ ਕਰਦੇ ਹਾਂ ਉਸ ਪਰਮੇਸ਼ਰ ਨੂੰ। ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ। ਪ੍ਰਭੂ ਤੇ ਪਹਿਲਾਂ ਆਮੇਨ। ਇਹਨੂੰ ਕਹਿੰਦੇ ਨੇ ਕ੍ਰਿਸਮਸ। ਪ੍ਰਭੂ ਤੇ ਪਹਿਲਾਂ ਇਹਦੇ ਪਿੱਛੇ ਬਹੁਤ ਵੱਡੇ ਫਾਇਦੇ ਨੇ, ਬਹੁਤ ਵੱਡੇ ਬੈਨੀਫਿਟਸ ਨੇ, ਬਹੁਤ ਵੱਡੇ ਸੱਚ ਛੁਪੇ ਹੋਏ ਨੇ ਕ੍ਰਿਸਮਸ ਦੇ ਪਿੱਛੇ। ਪ੍ਰਭੂ ਤੇ ਪਹਿਲਾਂ ਆਮੇਨ। ਆਓ ਆਪਣਾ ਅਗਲਾ ਪੁਆਇੰਟ ਦੇਖਾਂਗੇ। ਪ੍ਰਭੂ ਤੇ ਪਹਿਲਾਂ ਜਦੋਂ ਕ੍ਰਿਸਮਸ ਮਨਾਉਂਦੇ ਆ ਆਪਾਂ ਇਹਨੂੰ ਮਾਫੀ ਦਾ ਤਿਉਹਾਰ ਵੀ ਕਹਿੰਦੇ ਆ। ਕ੍ਰਿਸਮਸ ਤੇ ਕੀ ਹੋਇਆ ਸੀ? ਗੁੱਡ ਨਿਊਜ਼ ਕੀ ਸੀ? ਕਿ ਤੁਹਾਡੇ ਪਾਪ ਮਾਫ ਕਰਨ ਵਾਲਾ ਪਰਮੇਸ਼ਰ ਆ ਗਿਆ ਹੈ। ਇਹ ਉਹ ਪਰਮੇਸ਼ਰ ਜਿਹੜਾ ਤੇਰੇ ਪਾਪ ਮਾਫ ਕਰਦਾ ਆ। ਇਹਨੂੰ ਕਹਿੰਦੇ ਨੇ ਕਿਰਪਾ ਦਾ ਸਮਾਂ, ਇਹਨੂੰ ਕਹਿੰਦੇ ਨੇ ਟਾਈਮ ਆਫ ਗ੍ਰੇਸ। ਇਹ ਤੁਹਾਡੀ ਮਿਹਨਤ ਨਾਲ ਨਹੀਂ, ਇਹ ਤੁਹਾਡੇ ਚੜਾਵਿਆਂ ਨਾਲ ਨਹੀਂ, ਇਹ ਤੁਹਾਡੇ ਕੁਝ ਕਰਨ ਨਾਲ ਨਹੀਂ, ਤੁਹਾਡੀ ਕਰਨੀ ਨਾਲ ਨਹੀਂ। ਮੈਂ ਇੰਨੇ ਕਿਲੋਮੀਟਰ ਤੁਰ ਕੇ ਗਈ ਹੈ ਨੰਗੇ ਪੈਰ, ਜਾਂ ਮੈਂ ਖਾਦਾ ਨਹੀਂ ਕਿੰਨਾ ਚਿਰ ਕੁਛ, ਜਾਂ ਮੈਂ ਆ ਚੜਾਵਾ ਚੜਾਇਆ, ਜਾਂ ਮੈਂ ਫਲਾਣੇ ਪਹਾੜ ਤੇ ਗਿਆ, ਮੈਂ ਫਲਾਣੇ ਪਹਾੜ ਤੇ ਗਈ, ਜਾਂ ਮੈਂ ਫਲਾਣੇ ਦਰਿਆ 'ਚ ਨਹਾ ਕੇ ਆਇਆ, ਮੈਂ ਆਹ ਕੀਤਾ, ਮੈਂ ਉਹ ਕੀਤਾ। ਨਹੀਂ, ਇਹ ਤੁਹਾਡੇ ਜ਼ੋਰ ਨਾਲ ਨਹੀਂ, ਤਾਂ ਕਿ ਕੱਲ ਨੂੰ ਜ਼ੋਰ ਕੇ ਜਾ ਕੇ ਤੁਸੀਂ ਫੜਾ ਨਾ ਮਾਰੋ, ਹਾਂ ਇੰਨਾ ਵੱਡਾ ਦਾਨ ਪੁੰਨ ਕੀਤਾ ਸੀ, ਬਰਕਤਾਂ ਮਿਲਣੀ ਸੀ। ਆਹੋ ਨਹੀਂ, ਸਾਰੀ ਮਹਿਮਾ ਪ੍ਰਭੂ ਯਿਸੂ ਮਸੀਹ ਦੀ ਹੈ, ਤਾਂ ਕਿ ਸਵਰਗ ਜਾ ਕੇ ਕੋਈ ਹੱਥ ਜੋੜ ਕੇ ਪ੍ਰਭੂ ਨੂੰ ਆਹੀ ਆਖੇ, ਪ੍ਰਭੂ ਤੂੰ ਹੀ ਬਚਾ ਲਿਆ, ਮੇਰੇ ਕੋਲੇ ਕੁਛ ਨਹੀਂ ਸੀਗਾ ਮੈਨੂੰ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ। ਆਮੇਨ। ਸੋ ਪ੍ਰਭੂ ਦੇ ਬਣੋ ਕ੍ਰਿਸਮਸ ਦਾ ਤਿਉਹਾਰ ਇੱਕ ਬਹੁਤ ਬੜਾ ਸੱਚ ਇਹਦੇ ਪਿੱਛੇ ਛੁਪਿਆ ਹੈ ਕਿ ਇਹ ਮੁਕਤੀ ਦਾ ਤਿਉਹਾਰ ਹੈ, ਬਖਸ਼ਣਹਾਰ, ਯਾਨੀ ਕਿ ਪਾਪਾਂ ਦੀ ਮਾਫੀ ਦਾ। ਕ੍ਰਿਸਮਸ ਤੇ ਰੱਬ ਹੀ ਸਾਡੇ ਪਾਪ ਮਾਫ ਨਹੀਂ ਕਰਦਾ, ਬਲਕਿ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਦੇ ਹੋਏ ਆਪਣਾ ਵੀ ਫਰਜ਼ ਬਣਦਾ ਆ ਕਿ ਆਪਾਂ ਵੀ ਇੱਕ ਦੂਜੇ ਦੇ ਪਾਪ ਮਾਫ ਕਰੀਏ, ਆਪਾਂ ਵੀ ਇੱਕ ਦੂਜੇ ਦੀਆਂ ਗਲਤੀਆਂ ਮਾਫ ਕਰੀਏ। ਆਏ ਨਾ ਹੋਏ ਕਿ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਐਸੇ ਲੋਕ ਲਈ ਬੈਠੇ ਹੋ ਜਿਨ੍ਹਾਂ ਨੂੰ ਤੁਸੀਂ ਮਾਫ ਨਹੀਂ ਕੀਤਾ, ਪਰਿਵਾਰ ਦੇ ਵਿੱਚ ਤੁਹਾਡੇ ਐਸੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਮਾਫ ਨਹੀਂ ਕੀਤਾ, ਦੋਸਤਾਂ ਮਿੱਤਰਾਂ ਨੂੰ ਤੁਸੀਂ ਮਾਫ ਨਹੀਂ ਕੀਤਾ, ਭੈਣ ਭਰਾਵਾਂ ਨੂੰ ਤੁਸੀਂ ਮਾਫ ਨਹੀਂ ਕੀਤਾ, ਗੁਆਂਢੀਆਂ ਨੂੰ ਤੁਸੀਂ ਮਾਫ ਨਹੀਂ ਕੀਤਾ, ਤੁਹਾਡੇ ਨਾਲ ਜਿਹੜੇ ਕੰਮ ਕਰਦੇ ਨੇ ਤੁਸੀਂ ਉਹਨਾਂ ਨੂੰ ਮਾਫ ਨਹੀਂ ਕੀਤਾ, ਇੱਧਰ ਦੇ ਉੱਧਰ ਦਾ ਨੂੰ ਤੁਸੀਂ ਮਾਫ ਨਹੀਂ ਕੀਤਾ। ਜੇ ਤੁਸੀਂ ਕਹਿੰਦੇ ਮੈਂ ਕ੍ਰਿਸਮਸ ਮਨਾ ਰਿਹਾ, ਪਰ ਵੀ ਧੰਨਵਾਦ ਕਰਦਾ ਤੁਸੀਂ ਮੇਰੇ ਪਾਪ ਮਾਫ ਕਰ ਦਿੱਤੇ। ਕੰਡੀਸ਼ਨ, ਰੱਬ ਦੀ ਕੰਡੀਸ਼ਨ ਆ, ਕਹਿੰਦਾ ਆ ਪਰਮੇਸ਼ਰ ਰੱਬ ਵੀ ਤੁਹਾਡੇ ਪਾਪ ਮਾਫ ਕਰੇਗਾ ਜੇ ਤੁਸੀਂ ਵੀ ਆਪਣੇ ਕਰਜ਼ ਵਾਲਿਆਂ ਦੇ ਪਾਪ ਮਾਫ ਕਰੋਗੇ। ਯਾਨੀ ਕਿ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵੀ ਦੂਜਿਆਂ ਦੇ ਪਾਪ ਮਾਫ ਕਰੀਏ ਜਿੱਦਾਂ ਪਰਮੇਸ਼ਰ ਸਾਡੇ ਪਾਪ ਮਾਫ ਕਰਦਾ ਹੈ। ਆਮੇਨ। ਆਓ ਪਰਮੇਸ਼ਰ ਦਾ ਵਚਨ ਪੜਾਂਗੇ ਪ੍ਰਭੂ ਦੇ ਬਣੋ ਆਪਾਂ ਕੋਲੋਸੀਅਨ ਚੈਪਟਰ 13, ਕੋਲੋਸੀਅਨ ਚੈਪਟਰ 3 ਵਰਸ 13, ਕੋਲੋਸੀਅਨ ਚੈਪਟਰ 3 ਵਰਸ 13, 13 ਪੰਜਾਬੀ ਵਿੱਚ ਦੇਖਾਂਗੇ।
ਜੀ ਹਾਂ, ਕੁਲੱਸੀਆਂ 3:13 ਇੱਕ ਦੂਜੇ ਦੀ ਸਹਿ ਲਵੋ, ਜੇਕਰ ਕਿਸੇ ਦੇ ਵਿਰੁੱਧ ਕੋਈ ਗਿਲਾ ਹੈ ਤਾਂ ਉਹ ਉਸ ਨੂੰ ਮਾਫ ਕਰ ਦੇਵੇ। ਗੱਲ ਕੀ, ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ। ਕਿੱਡਾ ਵੱਡਾ ਸੱਚ। ਵਾਕਈ ਕ੍ਰਿਸਮਸ ਦੇ ਤਿਉਹਾਰ ਨੂੰ ਪਿਆਰ ਦਾ ਤਿਉਹਾਰ ਕਿਹਾ ਜਾਂਦਾ। ਕਿਉਂ? ਕਿਉਂਕਿ ਇਹ ਮਾਫੀ ਦਾ ਤਿਉਹਾਰ ਹੈ। ਤੁਹਾਨੂੰ ਪਤਾ ਕਿ ਸਿਰਫ ਕ੍ਰਿਸਮਸ ਦਾ ਤਿਉਹਾਰ ਹੀ ਆ, ਪ੍ਰਭੂ ਯਿਸੂ ਮਸੀਹ ਜੀ ਦਾ ਆਉਣ ਦਿਨ ਤੇ ਜਨਮ ਦਿਨ ਹੀ ਆ, ਜਿਹੜਾ ਮਾਫੀ ਨੂੰ ਚੁੱਕਦਾ ਆ, ਜਿਹੜਾ ਮਾਫੀ ਦਾ ਤਿਉਹਾਰ ਕਿਹਾ ਜਾਂਦਾ ਆ। ਜਿਸ ਤਿਉਹਾਰ ਤੇ ਤੁਹਾਨੂੰ ਮਾਫੀ ਮਿਲਦੀ ਆ, ਜਿਸ ਤਿਉਹਾਰ ਤੇ ਤੁਸੀਂ ਇੱਕ ਦੂਜੇ ਨੂੰ ਇਨਕਰੇਜ ਕਰਦੇ ਹੋ ਮਾਫ ਕਰਨ ਵਾਸਤੇ, ਮਾਫੀ ਮੰਗਣ ਦੇ ਵਾਸਤੇ। ਦੁਨੀਆ ਦੇ ਵਿੱਚ ਕੋਈ ਵੀ ਐਸਾ ਜਨਮ ਦਿਨ ਨਹੀਂ ਹੋਇਆ ਕਿਸੇ ਦਾ ਜਿਹੜੇ ਥਾਂ ਦੀ ਤੁਹਾਨੂੰ ਮਾਫੀ ਦੇਣ ਵਾਸਤੇ ਇਨਕਰੇਜ ਕੀਤਾ ਗਿਆ ਹੋਵੇ। ਬਲਕਿ ਦੁਨੀਆ ਦੇ ਵਿੱਚ ਐਸੇ ਵੀ ਧਰਮ ਹੈਗੇ ਨੇ, ਐਸੇ ਕਲਚਰਸ ਨੇ, ਟ੍ਰੈਡੀਸ਼ਨਸ ਨੇ ਜਿੱਥੇ ਮਾਫੀ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਉੱਥੇ ਬਦਲੇ ਜਾਣ ਦੀ ਭਾਵਨਾ, ਉਹਨਾਂ ਦੇ ਧਰਮ ਜਿਹੜੇ ਨੇ ਬਦਲਿਆਂ ਵਿੱਚ ਭਰਿਆ ਹੋਏ, ਵੜ ਦਿਓ, ਮਾਰ ਦਿਓ, ਖਤਮ ਕਰ ਦਿਓ, ਚੱਕ ਦਿਓ, ਡਾ ਦਿਓ, ਆਹ ਕਰ ਦਿਓ, ਉਹ ਕਰ ਦਿਓ, ਬਸ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਦਾ ਸੁਨੇਹਾ ਮਾਫੀ ਦੇ ਉੱਤੇ ਆ। ਆਮੀਨ। ਇਹਨੂੰ ਪਿਆਰ ਦਾ ਤਿਉਹਾਰ ਵੀ ਕਿਹਾ ਜਾਂਦਾ ਆ, ਮਾਫੀ ਦਾ ਤਿਉਹਾਰ ਕਿਹਾ ਜਾਂਦਾ ਆ, ਕਿਉਂਕਿ ਪਰਮੇਸ਼ਰ ਨੇ ਸਾਨੂੰ ਆ ਕੇ ਮਾਫੀ ਦਿੱਤੀ। ਸੋ ਕ੍ਰਿਸਮਸ ਤੁਸੀਂ ਮਨਾਉਣਾ ਚਾਹੁੰਦੇ ਹੋ, ਇੱਕ ਦੂਜੇ ਨੂੰ ਮਾਫ ਕਰ ਦਿਓ। ਉਹਨੂੰ ਮਾਫ ਕਰੋ ਜਿਹਨੂੰ ਤੁਹਾਨੂੰ ਮੁਸ਼ਕਿਲ ਹੁੰਦਾ ਮਾਫ ਕਰਨਾ ਆਪਣਾ ਫਰਜ਼ ਹੈ। ਆਮੀਨ। ਮਾਫ ਕਿਉਂ ਕਰਨਾ? ਕਿਉਂਕਿ ਪਰਮੇਸ਼ਰ ਨੇ ਸਾਡੇ ਪਾਪ ਮਾਫ ਕਰ ਦਿੱਤੇ। ਆਮੀਨ। ਕਦੇ ਵੀ ਕਿਸੇ ਨੂੰ ਵੀ ਐਸੀ ਅੱਖ ਨਾਲ ਨਹੀਂ ਦੇਖਣਾ ਬਦਲੇ ਦੀ ਭਾਵਨਾ ਨਾਲ, ਕਿ ਉਹਦਾ ਕੰਮ ਤਮਾਮ ਹੋ ਜਾਏ, ਕਿ ਉਹ ਖਤਮ ਹੋ ਜਾਏ, ਕਿ ਉਹ ਡਿਸਟਰੋਏ ਹੋ ਜਾਏ, ਕਿ ਉਹਨੂੰ ਪ੍ਰਭੂ ਜੀ ਚੱਕ ਦੇ ਤੂੰ, ਕਿ ਉਹਨੂੰ ਪ੍ਰਭੂ ਜੀ ਖਤਮ ਕਰ ਦੇ। ਨੋ 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 ਨੋ। ਪ੍ਰਭੂ ਕਹਿੰਦਾ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ। ਮਾਫੀ ਦੇ ਵਿੱਚ ਆਪਾਂ ਮਾਫ ਕਰਨਾ ਹੀ ਸਿਖਾਇਆ ਗਿਆ ਹੈ। ਮੈਂ ਪਰਮੇਸ਼ਰ ਦੇ ਵਚਨ ਚ ਚੇਲਿਆਂ ਦੀ ਜਾਨਾਂ ਗਈਆਂ ਨੇ, ਤੇ ਜਦੋਂ ਚੇਲਿਆਂ ਦੀ ਜਾਨਾਂ ਗਈਆਂ ਨੇ, ਚੇਲਿਆਂ ਨੇ ਆਹੀ ਦੁਆ ਕੀਤੀ ਹੈ ਹਮੇਸ਼ਾ, ਪ੍ਰਭੂ ਜੀ ਇਹਨਾਂ ਨੂੰ ਮਾਫ ਕਰ ਦਿਓ ਕਿਉਂਕਿ ਤੁਸੀਂ ਇਹ ਜਾਣਦੇ ਨਹੀਂ ਕਿ ਕੀ ਕਰ ਰਹੇ ਨੇ। ਪ੍ਰਭੂ ਯਿਸੂ ਮਸੀਹ ਜੀ ਨੇ ਵੀ ਕੀ ਆਹੀ ਆਖਿਆ ਸੀ ਸਲੀਬ ਦੇ ਉੱਤੇ, ਜਦੋਂ ਜਾਣਦੇ ਰਹੇ ਸੀ ਕਿ ਪਰਮੇਸ਼ਰ ਪਿਤਾ ਇਹਨਾਂ ਨੂੰ ਮਾਫ ਕਰ ਦੇ ਕਿਉਂਕਿ ਇਹ ਜਾਣਦੇ ਨਹੀਂ ਇਹ ਕੀ ਕਰ ਰਹੇ ਨੇ। ਆਮੀਨ। ਮਾਫੀ ਦਾ ਤਿਉਹਾਰ ਕ੍ਰਿਸਮਸ ਕਿੰਨਾ ਬੜਾ ਸੱਚ ਇਹਦੇ ਵਿੱਚ ਛੁਪਿਆ ਹੋਇਆ ਹੈ ਪ੍ਰਭੂ ਦੇ। ਆਮੀਨ। ਬਹੁਤ ਵੱਡੀ ਬਰਕਤ। ਆਓ ਦੇ ਨਾਲ ਇੱਕ ਹੋਰ ਦੇਖਾਂਗੇ, ਮਾਫੀ ਦੀ ਗੱਲ ਹੋ ਰਹੀ ਹੈ। ਮਿਕਾਇਆ ਚੈਪਟਰ 7 ਵਰਸ 19 ਪੜਾਂਗੇ। ਮਿਕਾਇਆ ਚੈਪਟਰ 7 ਵਰਸ 19 ਦੇਖਾਂਗੇ ਪੰਜਾਬੀ ਦੇ ਵਿੱਚ। ਮਿਕਾਇਆ 7:19। ਜੀ ਹਾਂ। ਮੀਕਾ 7:19 ਤੂੰ ਸਾਡੇ ਉੱਤੇ ਇੱਕ ਵਾਰ ਫਿਰ ਤਰਸ ਖਾਵੇਂਗਾ, ਤੂੰ ਸਾਡੇ ਪਾਪਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਕੇ ਦੂਰ ਡੂੰਘੇ ਸਮੁੰਦਰ ਵਿੱਚ ਸੁੱਟ ਦੇਵੇਂਗਾ। ਕਿੰਨਾ ਵੱਡਾ ਮਹਾਨ ਪਰਮੇਸ਼ਰ ਆ। ਆਮੀਨ। ਉਹ ਪਰਮੇਸ਼ਰ ਆਪਣੇ ਇਕੱਲੇ ਪਾਪ ਮਾਫ ਹੀ ਨਹੀਂ ਕਰ ਦਿੰਦਾ। ਵਚਨ ਚ ਲਿਖਿਆ, ਪ੍ਰੋਫੈਟਿਕਲੀ ਆ, ਵਚਨ ਚ ਲਿਖਿਆ ਕਿ ਸਾਡੇ ਪਾਪ ਚੁੱਕ ਕੇ ਲਿਜਾ ਕੇ ਐਸੇ ਗਹਿਰੇ ਸਮੁੰਦਰ ਦੀ ਗਹਿਰਾਈ ਦੇ ਵਿੱਚ ਸਿੱਟ ਦਿੰਦਾ ਆ ਜਿੱਥੋਂ ਕੋਈ ਲੱਭ ਹੀ ਨਹੀਂ ਸਕਦਾ। ਜਾਣੀ ਕਿ ਸਾਡਾ ਪਾਪ ਪਰਮੇਸ਼ਰ ਮਾਫ ਕਰਕੇ ਭੁੱਲ ਜਾਂਦਾ ਆ। ਆਮੀਨ। ਜੇ ਪਰਮੇਸ਼ਰ ਸਾਡੇ ਪਾਪ ਮਾਫ ਕਰਕੇ ਭੁੱਲ ਸਕਦਾ ਆ ਤੇ ਅਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ ਕਰਕੇ ਭੁੱਲ ਸਕਦੇ ਹਾਂ। ਜਿਹੜਾ ਕਸੂਰਾਂ ਨੂੰ ਯਾਦ ਰੱਖਦਾ ਹੈ ਨਾ, ਉਹਨੇ ਮਾਫੀ ਨਹੀਂ ਦਿੱਤੀ ਪੂਰੀ ਤਰ੍ਹਾਂ ਨਾਲ, ਤੇ ਜੇ ਉਹਨੇ ਮਾਫੀ ਪੂਰੀ ਤਰ੍ਹਾਂ ਦਿੱਤੀ ਨਹੀਂ ਤੇ ਉਹਨੂੰ ਮਾਫੀ ਪੂਰੀ ਤਰ੍ਹਾਂ ਨਾਲ ਮਿਲਣੀ ਵੀ ਨਹੀਂ। ਤਾਂ ਹੀ ਪ੍ਰਾਪਤ ਕਰੋ। ਮਾਫੀ ਦਾ ਅਸਲੀ ਤਰੀਕਾ ਕੀ ਆ ਕਿ ਤੁਸੀਂ ਕਿਸੇ ਦੇ ਪਾਪ ਮਾਫ ਕਰ ਦਿੱਤੇ ਤੇ ਤੁਸੀਂ ਭੁੱਲ ਗਏ, ਆਪਣੀ ਜ਼ਿਹਨ ਦੇ ਵਿੱਚੋਂ ਕੱਢ ਦਿੱਤੇ, ਆਪਣੇ ਸੋਚਾਂ ਚੋਂ ਕੱਢ ਦਿੱਤਾ, ਆਪਣੀ ਮੈਮਰੀ ਚੋਂ ਵੀ ਕੱਢਤਾ ਵੀ ਉਹਨੇ ਤੁਹਾਡੇ ਨਾਲ ਕੁਝ ਕੀਤਾ ਸੀ, ਉਹਨੇ ਤੁਹਾਨੂੰ ਨੂਨ ਪਾ ਕੇ ਚਾਹ ਪਲਾਈ ਸੀਗੀ, ਨਹੀਂ, ਕੱਢ ਦਿੱਤਾ ਮਨ ਦੇ ਵਿੱਚੋਂ, ਕੱਢ ਦਿੱਤਾ ਸੋਚਾਂ ਦੇ ਵਿੱਚੋਂ ਵੀ। ਆਮੀਨ। ਐਸੀ ਜੱਫੀ ਪਾਈ ਜਿੱਦਾਂ ਸਭ ਦੇ ਨਾਲ ਪਾਉਂਦੇ ਆ, ਐਸਾ ਮਿਲਣਾ ਉੱਠਣਾ ਬੈਠਣਾ ਕੀਤਾ ਜਿੱਦਾਂ ਸਭ ਦੇ ਨਾਲ। ਪੁਰਾਣੀ ਕੋਈ ਚੀਜ਼ ਯਾਦ ਹੀ ਨਹੀਂ। ਲੋਕ ਯਾਦ ਕਦੋਂ ਰੱਖਦੇ ਨੇ? ਪੁਰਾਣੀਆਂ ਚੀਜ਼ਾਂ ਤੋਂ। ਅੱਜ ਤੋਂ ਪਹਿਲਾਂ ਮੈਨੂੰ 37 ਸਾਲ 12 ਮਹੀਨੇ 10 ਮਹੀਨੇ 9 ਦਿਨ 8 ਘੰਟੇ ਮੇਰੇ ਨਾਲ ਕੀ ਕੀਤਾ ਸੀ। ਲੋਕ ਕਿੱਦਾਂ ਯਾਦ ਰੱਖਦੇ ਨੇ ਪੁਰਾਣੀਆਂ ਦੁਸ਼ਮਣੀਆਂ? ਕਿਉਂਕਿ ਯਾਦ ਕਰਦੇ ਰਹਿੰਦੇ ਨੇ, ਮੁੜ ਕੇ ਯਾਦ ਕਰਦੇ ਰਹਿੰਦੇ ਨੇ, ਸੋਚਦੇ ਰਹਿੰਦੇ ਨੇ ਮੇਰੇ ਨਾਲ ਆਹ ਕੀਤਾ ਸੀ, ਮੇਰੇ ਨਾਲ ਇਹ ਕੀਤਾ ਸੀ। ਲੇਕਿਨ ਆਪਾਂ ਜਦੋਂ ਮਾਫ ਕਰ ਦਿੱਤਾ, ਆਪਾਂ ਸੋਚਣਾ ਛੱਡ ਦਿੰਦੇ ਹਾਂ। ਪ੍ਰਭੂ ਦਾ ਹੱਥ ਵਿੱਚ ਦੇਤਾ, ਮਾਫ ਕਰ ਦਿੱਤਾ, ਸੋਚਣਾ ਨਹੀਂ। ਜੇ ਸੋਚਾਂਗੇ ਨਹੀਂ ਕਿਸੇ ਚੀਜ਼ ਨੂੰ 2-4 ਦਿਨ, ਇਹ 2-4 ਹਫ਼ਤੇ 2-4 ਮਹੀਨੇ ਭੁੱਲ ਜਾਓਗੇ, ਤੁਹਾਨੂੰ ਯਾਦ ਹੀ ਨਹੀਂ। ਫਿਰ ਵੀ ਹਾਏ ਨਹੀਂ, ਆ ਤੂੰ ਦੇਖਿਆ ਨਹੀਂ, ਤੂੰ ਕਿੱਦਾਂ ਮਿਲੀ ਜਾਨੀ ਹੈ ਤੇ ਨਾਲ, ਇਹ ਤਾਂ ਉਹੀ ਹੈ ਜਿਹਨੇ ਤੇਰੇ ਨਾਲ ਕੀ ਕੀਤਾ ਸੀ ਅੱਜ ਤੋਂ 15 ਸਾਲ ਪਹਿਲਾਂ। ਤੈਨੂੰ ਚੇਤੇ ਨਹੀਂ ਕੁੜੀਏ ਕੀ ਕੀਤਾ ਸੀ ਮੈਨੂੰ 15 ਸਾਲ ਪਹਿਲਾਂ? ਮੈਨੂੰ ਨਹੀਂ ਪਤਾ, ਮੈਂ ਤਾਂ ਮਾਫ ਕਰ ਦਿੱਤਾ। ਇਹਨੂੰ ਕਹਿੰਦੇ ਨੇ
ਵਿਸ਼ਵਾਸੀ ਇਹਨੂੰ ਕਹਿੰਦੇ ਨੇ ਕ੍ਰਿਸਮਸ ਮਨਾਣੀ। ਸਭ ਤੋਂ ਵੱਡਾ ਸੱਚ ਕ੍ਰਿਸਮਸ ਦਾ ਜਿਹੜਾ ਹੈ ਉਹ ਹੈ ਮਾਫੀ। ਜੇ ਮਾਫੀ ਨਹੀਂ ਕੀਤਾ, ਜੇ ਮਾਫੀ ਨਹੀਂ ਮਿਲੀ ਤਾਂ ਕ੍ਰਿਸਮਸ ਕੀ ਮਨਾਈ ਭਰਾ? ਕੀ ਫਾਇਦਾ ਚੰਨ ਕਰਕੇ ਘਰਾਂ 'ਚ ਚਾਨਣ ਕਰ ਲਿਆ, ਇੱਧਰ ਚਾਨਣ ਲਾਈਟਾਂ ਲਾ ਲਈਆਂ, ਕੀ ਫਾਇਦਾ ਗੀਤਾਂ ਗਾਉਣ ਦੇ ਨਾਲ ਜੇ ਆਪਣੇ ਦਿਲ ਦੇ ਵਿੱਚ ਹੀ ਹਨੇਰਾ ਰੱਖਿਆ ਹੋਇਆ ਹੈ, ਮਾਫੀ ਨਹੀਂ ਕੀਤਾ ਹੋਇਆ ਕਿਸੇ। ਆਓ ਕ੍ਰਿਸਮਸ ਮਨਾਈਏ ਪੂਰੇ ਦਿਲ ਦੇ ਨਾਲ ਭਰਾਓ ਤੇ ਭੈਣੋ। ਆਓ ਦੇਖਾਂਗੇ ਅਗਲਾ ਪੁਆਇੰਟ, ਆਪਾਂ ਦੇਖਾਂਗੇ 6ਵਾਂ ਪੁਆਇੰਟ ਕਿ ਕ੍ਰਿਸਮਸ ਦਾ ਇੱਕ ਹੋਰ ਸੱਚ। ਆਪਾਂ ਅੱਜ 7 ਸੱਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇੱਕ ਹੋਰ ਸੱਚ ਜਿਹੜਾ ਕ੍ਰਿਸਮਸ ਦਾ ਇਸ ਤਿਉਹਾਰ ਤੇ ਨਜ਼ਰ ਆਉਂਦਾ ਹੈ ਉਹ ਆ ਕਿ ਜਿਹੜਾ ਕ੍ਰਿਸਮਸ ਆ ਇਹਨੂੰ ਤੋਹਫਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਫੈਸਟੀਵਲ ਆਫ ਗਿਫਟਸ। ਕਿਉਂ? ਕਿਉਂਕਿ ਐਸੀ ਤਿਉਹਾਰ ਰੱਬ ਨੇ ਸਭ ਤੋਂ ਪਹਿਲੇ ਨੰਬਰ ਤੇ ਇਸ ਦੁਨੀਆ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਸੀ, ਇੱਕ ਅਲਟੀਮੇਟ ਗਿਫਟ, ਇੱਕ ਐਸਾ ਤੋਹਫਾ, ਐਸਾ ਗਿਫਟ ਜਿਹੜੇ ਤੁਸੀਂ ਪੇਪਰ ਰੈਪ ਕੀਤਾ ਹੁੰਦਾ ਖੋਲੀ ਜਾਓ, ਇੱਕ ਖੋਲਿਆ ਮੁਕਤੀ ਨਜ਼ਰ ਆ ਰਹੀ ਹੈ, ਦੂਜਾ ਖੋਲਿਆ ਸ਼ਿਫਾ ਨਜ਼ਰ ਆ ਰਹੀ ਹੈ, ਤੀਜਾ ਖੋਲਿਆ ਪ੍ਰੋਸਪੈਰਿਟੀ ਨਜ਼ਰ ਆ ਰਹੀ ਹੈ, ਚੌਥਾ ਖੋਲਿਆ ਪਵਿੱਤਰਤਾ ਨਜ਼ਰ ਆ ਰਹੀ ਹੈ, ਫਿਰ ਖੋਲਿਆ ਧਾਰਮਿਕਤਾ ਨਜ਼ਰ ਆ ਰਹੀ ਹੈ, ਫਿਰ ਖੋਲਿਆ ਖੁਸ਼ੀ ਨਜ਼ਰ ਆ ਰਹੀ ਹੈ, ਫਿਰ ਖੋਲਿਆ ਆ ਨਜ਼ਰ ਆ ਰਿਹਾ। ਖੋਲੀ ਚੱਲੋ। ਇੱਕ ਐਸਾ ਤੋਹਫਾ ਆ ਜਿਹੜਾ ਪ੍ਰਭੂ ਜੀ ਪਰ ਹਰ ਇੱਕ ਪੇਪਰ ਰੈਪ ਖੋਲਦੇ ਸਮੇਂ ਤੁਹਾਨੂੰ ਇੱਕ ਸੁਨੇਹਾ ਦਿੰਦਾ ਹੈਗਾ ਆ। ਕ੍ਰਿਸਮਸ ਦਾ ਤਿਉਹਾਰ ਆ ਜਿਹੜਾ ਇਹਨੂੰ ਤੋਹਫਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਤਾਂ ਹੀ ਕ੍ਰਿਸਮਸ ਤੇ ਹੀ ਪ੍ਰਭੂ ਜੀ ਪਰ ਤੋਹਫੇ ਦਿੱਤੇ ਜਾਂਦੇ ਨੇ, ਤੋਹਫੇ ਲਿੱਤੇ ਜਾਂਦੇ ਨੇ। ਹੋਰ ਕੋਈ ਤਿਉਹਾਰ ਨਹੀਂ, ਕਿਸੇ ਵੀ ਗੁਰ ਪੀਰ ਪੈਗੰਬਰ ਦਾ ਤਿਉਹਾਰ ਨਹੀਂ ਮਨਾਉਣਾ, ਗੁਰੂ ਦਾ ਅੱਜ ਜਨਮ ਦਿਨ ਹੈ ਜੀ ਆਓ ਤੋਹਫੇ ਦਈਏ, ਤੋਹਫੇ ਲਈਏ, ਨੋ, ਕਿਸੇ ਪਾਸੇ ਨਹੀਂ। ਇਹੀ ਤਿਉਹਾਰ ਆ ਇੱਕ ਜਿਸ ਤਿਉਹਾਰ ਤੇ ਤੋਹਫੇ ਦਿੱਤੇ ਜਾਂਦੇ ਨੇ, ਤੋਹਫੇ ਲਿੱਤੇ ਜਾਂਦੇ ਨੇ। ਕਿਤੋਂ ਸ਼ੁਰੂ ਹੋਇਆ ਸੀ ਇਹ? ਰੱਬ ਤੋਂ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾ ਤੋਹਫਾ ਪਰਮੇਸ਼ਰ ਨੇ ਆਪਣੇ ਪੁੱਤਰ ਦਾ, ਇੱਕੋ ਹੀ ਲੌਤਾ ਪੁੱਤਰ ਸੀ ਉਹਦੇ ਕੋਲੇ, ਉਹੀ ਇੱਕ ਲੌਤਾ ਪੁੱਤਰ ਉਹਨੇ ਦੁਨੀਆ ਦੇ ਲਈ ਵਾਰ ਦਿੱਤਾ। ਇਹ ਤੋਹਫਾ ਦੁਨੀਆ ਨੂੰ ਦੇ ਦਿੱਤਾ। ਕ੍ਰਿਸਮਸ ਦਾ ਤੋਹਫਾ। ਹੁਣ ਤੁਸੀਂ ਇਸ ਤੋਹਫੇ ਨੂੰ ਸਵੀਕਾਰ ਕਰ ਲਿਆ, ਤਾਂ ਹੀ ਜਦੋਂ ਤੁਸੀਂ ਤੋਹਫੇ ਦਿੰਦੇ ਹੋ, ਕਿਸੇ ਨੂੰ ਤੋਹਫੇ ਲੈਣੇ ਹੋ, ਉਹਨੂੰ ਐਜ਼ ਏ ਤੋਹਫੇ ਲਵੋ, ਐਜ਼ ਏ ਤੋਹਫਾ ਦੇਵੋ। ਯਾਨੀ ਕਿ ਜਦੋਂ ਤੁਸੀਂ ਕੋਈ ਤੋਹਫਾ ਦਿੰਦੇ ਹੋ, ਤੁਸੀਂ ਉਹਨੂੰ ਤੋਹਫਾ ਸਮਝ ਕੇ ਦੇ ਰਹੇ ਹੋ। ਜਦੋਂ ਤੁਸੀਂ ਆਪਣੇ ਤੋਹਫੇ ਲੈ ਰਹੇ ਹੋ, ਗਿਫਟ ਲੈ ਰਹੇ ਹੋ, ਤੁਸੀਂ ਉਹਨਾਂ ਨੂੰ ਗਿਫਟ ਸਮਝ ਕੇ ਲੈ ਰਹੇ ਹੋ। ਤੇ ਉਹਨਾਂ ਗਿਫਟਸ ਦੇ ਵਿੱਚ ਪਿਆਰ ਛੁਪਿਆ ਹੋਇਆ, ਉਹਨਾਂ ਗਿਫਟਸ ਦੇ ਵਿੱਚ ਕਿਰਪਾ ਦਇਆ ਛੁਪੀ ਹੋਈ ਹੈ, ਉਹਨਾਂ ਗਿਫਟ ਦੇ ਵਿੱਚ ਸੰਬੰਧ ਛੁਪਿਆ ਹੋਇਆ। ਤੁਸੀਂ ਉਹ ਗਿਫਟ ਦੀ ਪ੍ਰਾਈਸ ਨਾ ਦੇਖੋ, ਲੈ ਵੀ ਮੈਂ ਇਹਨੂੰ $50 ਦਾ ਗਿਫਟ ਲੈ ਕੇ ਦਿੱਤਾ, ਇਹ ਮੈਨੂੰ $5 ਦੇ ਗਿਫਟ ਲੈ ਕੇ ਮੈਨੂੰ ਫੜਾ ਦਿੱਤੇ ਨੇ। ਨਾ, ਪ੍ਰਾਈਸ ਨਾ ਦੇਖੋ, ਪਿਆਰ ਦੇਖੋ। ਗਿਫਟ ਦੇ ਵਿੱਚ ਪਿਆਰ ਜਿਹੜਾ ਛੁਪਿਆ ਉਹ ਦੇਖੋ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਤੋਹਫੇ ਦੀ ਜਦੋਂ ਗੱਲ ਹੁੰਦੀ ਆ, ਇਹਦੇ ਵਿੱਚ ਪਿਆਰ ਵੀ ਛੁਪਿਆ ਤੇ ਇਹਦੇ ਵਿੱਚ ਬਹੁਤ ਵੱਡੀ ਕੀਮਤ ਵੀ ਛੁਪੀ ਆ। ਕਿਉਂ? ਕਿਉਂਕਿ ਕੀਮਤ ਕੀ ਆ? ਕੀਮਤ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਆਪਣੇ ਇੱਕ ਲੌਤਾ ਪੁੱਤਰ ਦੀ ਕੁਰਬਾਨੀ ਦਿੱਤੀ, ਉਹਨੇ ਆਪਣਾ ਲਹੂ ਬਹਾਇਆ। ਆਮੀਨ। ਤੇ ਇਹ ਤੋਹਫਾ ਜਿਹੜਾ ਸੀਗਾ ਇਹ ਅਮਰ ਹੋ ਗਿਆ, ਯਾਨੀ ਕਿ ਇਟਰਨਲ ਬਣ ਗਿਆ। ਜਿਹੜਾ ਵੀ ਇਸ ਤੋਹਫੇ ਨੂੰ ਸਵੀਕਾਰ ਕਰ ਲੇਗਾ ਉਹ ਮੁਕਤੀ ਪ੍ਰਾਪਤ ਕਰ ਲੇਗਾ। ਆਮੀਨ। ਕਿੱਡੀ ਵੱਡੀ ਬਰਕਤ ਆ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਨਾ, ਕਿੱਡਾ ਵੱਡਾ ਸੱਚਾ ਕ੍ਰਿਸਮਸ ਦੇ ਪਿੱਛੇ ਛੁਪਿਆ ਹੋਇਆ ਕਿ ਬਹੁਤ ਵੱਡਾ ਤੋਹਫਾ ਹੈ ਕ੍ਰਿਸਮਸ। ਜਦੋਂ ਤੁਸੀਂ ਕ੍ਰਿਸਮਸ ਮਨਾ ਰਹੇ ਹੁੰਦੇ ਹੋ, ਤੁਸੀਂ ਤੋਹਫੇ ਨੂੰ ਸਵੀਕਾਰ ਕਰ ਰਹੇ ਹੋ, ਤੁਸੀਂ ਉਸ ਤੋਹਫੇ ਨੂੰ ਸੈਲੀਬ੍ਰੇਟ ਕਰ ਰਹੇ ਹੋ, ਤੁਸੀਂ ਉਸ ਤੋਹਫੇ ਨੂੰ ਪਹਿਨ ਰਹੇ ਹੋ, ਤੋਹਫਾ ਤੁਸੀਂ ਪਹਿਨ ਲੈਂਦੇ ਹੋ। ਆਮੀਨ। ਜਦੋਂ ਤੁਸੀਂ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਦੇ ਹੋ, ਹੈਪੀ ਪ੍ਰਾਪਤ। ਸੋ ਕੋਈ ਵੀ ਜੋ ਨਾ ਕਰਦਾ ਵੀ ਨਹੀਂ ਮਨਾਣੀ, ਤੁਸੀਂ ਮਨਾਓ, ਦੱਬ ਕੇ ਮਨਾਓ, ਹਰ ਦਿਨ ਮਨਾਓ, ਹਰ ਮਹੀਨਾ ਮਨਾਓ, ਹਰ ਸਾਰਾ ਸਾਲ ਮਨਾਓ, ਕਿਉਂਕਿ ਏਡਾ ਵੱਡਾ ਤੋਹਫਾ ਹੈ। ਇੱਕ ਦੋ ਦਿਨ, ਇੱਕ ਦੋ ਮਹੀਨੇ ਐਨਫ ਨਹੀਂ ਗਏ ਇਹਨੂੰ ਮਨਾਉਣ ਦੇ ਵਾਸਤੇ। ਏਡਾ ਵੱਡਾ ਕੰਮ ਪਰਮੇਸ਼ਰ ਨੇ ਆਪਣੇ ਵਾਸਤੇ ਕੀਤਾ ਹੈ। ਪ੍ਰਭੂ ਦੇ ਭੈਣ, ਮੈਂ ਮੁਕਤੀ ਦੇਤੀ ਸਾਨੂੰ, ਫ੍ਰੀ ਕੰਪਲੀਟਲੀ ਫ੍ਰੀ। ਮੈਂ ਆਪਣੀ ਜਾਨ ਦੇ ਕੇ, ਰੱਬ ਨੇ ਆਪਣੀ ਜਾਨ ਦੇ ਕੇ। ਉਹ ਪੜਾਂਗੇ ਆਪਾਂ, ਬਹੁਤ ਫੇਮਸ ਵਰਸ ਹੈਗਾ ਬਾਈਬਲ ਵਿੱਚੋਂ, ਸੰਤ ਯਹੋਨਾ ਚੈਪਟਰ 3 ਵਰਸ 16 ਤੇ 17 ਪੰਜਾਬੀ ਵਿੱਚ ਦੇਖਾਂਗੇ। ਜੀ ਹਾਂ, ਯਹੋਨਾ 3 ਦਾ 16 ਤੇ 17। ਕਿਉਂਕਿ ਪਰਮੇਸ਼ਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਉਹ ਸਾਰੇ ਜਿਹੜੇ ਉਸ ਉੱਤੇ ਵਿਸ਼ਵਾਸ ਕਰਨ ਨਾਸ਼ ਨਾ ਹੋਣ, ਸਗੋਂ ਅਨੰਤ ਜੀਵਨ ਪ੍ਰਾਪਤ ਕਰਨ। ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਸੰਸਾਰ ਨੂੰ ਦੰਡ ਦੇਵੇ, ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਵੇ। ਜੀ ਹਾਂ, ਪਰਮੇਸ਼ਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ, ਦੇ ਦਿੱਤਾ,
ताकि ਜਿਹੜਾ ਕੋਈ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਜੀਵਨ ਪ੍ਰਾਪਤ ਕਰੇ। ਦੇ ਦਿੱਤਾ, ਜਦੋਂ ਕੋਈ ਪਿਆਰ ਕਰਦਾ ਉਦੋਂ ਦੇ ਦਿੰਦਾ ਹੈ। ਤੁਹਾਨੂੰ ਪਤਾ ਕਿ ਤੁਹਾਡਾ ਪਿਆਰ ਤੁਹਾਡੇ ਦੇਣ ਤੇ ਐਕਸਪ੍ਰੈਸ ਕੀਤਾ ਜਾਂਦਾ ਹੈ। ਜਿੰਨਾ ਪਿਆਰ ਕਰਦੇ ਹੋ ਨਾ ਕਿਸੇ ਨਾਲ, ਉਹਨਾਂ ਦੇਣਾ ਵੀ ਬਣਦਾ ਹੈ। ਜੇ ਪਿਆਰ ਦੇ ਵਿੱਚ ਤੁਸੀਂ ਕਹਿੰਦੇ ਵੀ ਪਿਆਰ ਤਾਂ ਬਹੁਤ ਕਰਦਾ ਲੇਕਿਨ ਦਿੰਦਾ ਨਹੀਂ, ਫਿਰ ਪਿਆਰ ਘੱਟਾ। ਜਿੰਨਾ ਜ਼ਿਆਦਾ ਦਿਓ, वचन च लिखा है कि चेले ने अपनी जाना तक देती प्रभु वास्ते। देख लो प्यार, इनू कहते हैं प्यार। प्रभु का वचन कहना है कि एक मित्र अपनी जान दे दिंदा है अपने मित्र लिए, क्योंकि प्यार करता है। परमेश्वर ने साडे नाल प्यार किया, परमेश्वर प्यार है तो उन्हें अपना एक लौता पुत्र वार दिता, दे ही नहीं दिता बल्कि सलीब ते मर गया साडे वास्ते। इनू कहते हैं क्रिसमस कितना बड़ा सच्चा है। आमीन। क्रिसमस के पीछे छुपया होया प्रभु दे प्यार कि परमेश्वर ने इस क्रिसमस से वाह एडा बड़ा तोहफा साडे वास्ते दिता। परमेश्वर का धन्यवाद करते हैं इस तोहफे के लिए। आमीन। आओ दे नाल ही प्रभु दे प्यारो आपां लास्ट पॉइंट ते जावांगे, 7वें पॉइंट ते रोमन्स चैप्टर 5 वर्स 8 विच देखांगे आपां ते क्रिसमस के पीछे खोज जरा बहुत बड़ा सच है। वो ये कि क्रिसमस के त्योहार थाई दी जाने कि प्रभु यीशु मसीह के जन्म थाई, प्रभु यीशु मसीह के आन थाई, प्रभु यीशु मसीह की कुर्बानी थाई, परमेश्वर ने साडे वास्ते स्वर्ग दा राह खोल दिता। जदों तुसीं क्रिसमस सैलीब्रेट कर रहे होंदे हो, तुसीं वो स्वर्ग दे रास्ते, स्वर्ग दे दिता, स्वर्ग दा राह खोल दिता प्रभु ने। उस स्वर्ग दे राह दे विच जाण दे वास्ते, स्वर्ग ते राह ते चलण दे वास्ते, स्वर्ग पहुंचण दे वास्ते तुसीं परमेश्वर दा धन्नवाद कर सकते हो, तुसीं सैलीब्रेट कर सकते हो। जी हाँ, आपां क्रिसमस नूं सैलीब्रेट करदे हैं, आपां प्रभु यीशु मसीह दे जन्मदिन नूं ते प्रभु यीशु दे आण दिन नूं सैलीब्रेट कर रहे हैं। क्यों? क्योंकि आपां नूं एक राह मिल गया है क्रिसमस ते, स्वर्ग दा रास्ता खुल गया है तुहाडे वास्ते। जिहड़ा स्वर्ग दे खुले राह ते तुरना चाहता है, स्वर्ग दे राह ते तुर के स्वर्ग पहुंचना चाहता है, उन्हें क्रिसमस जरूर मनानी चाहिए है। आमीन। पूरे दिल दे नाल मनानी चाहिए है। प्रभु यीशु मसीह दा आण दिन, जन्मदिन मनाना चाहिए है। बख्शनहार नूं सैलीब्रेट करना चाहिए है। आमीन। अपने वास्ते सारा महीना पे आया परमेश्वर नूं सैलीब्रेट करने वास्ते, लेकिन आओ पूरे दिल दे नाल सैलीब्रेट करिए, पूरे मन दे नाल सैलीब्रेट करिए। अपने मन विच कोई खोट ना होवे, अपने मन विच कोई दोष ना होवे। आमीन। अपने मन विच पुरानियां चीज़ां ना होण, इधर दियां उधर दियां नहीं। अपने मन विच प्रभु दे पैरों प्यार होवे, अपने मन च एकता होवे, अपने मन दे विच यूनिटी होवे ते अपने मन दे विच प्रभु दे पैरों हलीमी होवे। आमीन। आपां जेन्युइनली सीधे साधे दिल दे नाल क्रिसमस मना सकीए, सब नूं जप्फी पा सकीए ते परमेश्वर दा नाम उच्चा कर सकीए। आमीन। आओ पढ़ांगे रोमन चैप्टर 5 वर्स 8 देखांगे पंजाबी दे विच। जी हाँ, रोम 5:8 पर परमेश्वर ने अपने पवित्र प्यार ਦਾ ਜੋ ਉਹ ਸਾਡੇ ਨਾਲ ਰੱਖਦਾ ਹੈ ਇਹ ਸਬੂਤ ਦਿੱਤਾ ਕਿ ਜਦੋਂ ਅਜੇ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਏ। स्वर्ग दा राह खुल गया, स्वर्ग दा दरवाजा खुल गया। आमीन। एक राह तैयार करता, वो भी पापियां दे वास्ते। हैं सुनिया कदे किसी धर्म दे विच दस्सिया जाए पापियां दे वास्ते आ सेवा ਅਸੀਂ ਦੇ ਰਹੇ ਹੈਗੇ ਆ। पापियां ਨੂੰ अंदर भी नहीं बढ़न दिंदे, सेवा तक की अंदर नहीं बढ़न दिंदे, पैर नहीं रख सकते, दिल ही नहीं टप सकते। लेकिन प्रभु यीशु मसीह ने जान दे दी अपनी पापियां दे वास्ते, स्वर्ग दा राह खोल दिता पापियां दे वास्ते, उन्हां दे लई ਜਿਹੜੇ अपना दिल खोल के प्रभु यीशु ਨੂੰ मुक्तिदाता स्वीकार कर लेंदे ने, अपने पाप धो के इस राह ते तुरन दे वास्ते तैयार हो जाते हैं। आमीन। वाह, ਇਹਨੂੰ ਕਹਿੰਦੇ ਨੇ क्रिसमस। ਇਹ ਨੇ ਸੱਚ क्रिसमस ਦੇ। ਅੱਜ ਤਾਂ ਮੈਂ ਤੁਹਾਡੇ ਨਾਲ 7 ਸੱਚ ਹੀ ਸਾਂਝੇ ਕੀਤੇ ਨੇ, ਅਜੇ ਹੋਰ ਬਥੇਰੇ ਨੇ। ਰੈਪਿੰਗ ਪੇਪਰ ਵਾਂਗੂ ਖੋਲੀ ਚੱਲੋ। ਮੈਂ 100 ਦੇ ਤਦਾਬ ਦੇ ਵਿੱਚ ਸੱਚ ਨੇ ਛੁਪੇ ਹੋਏ क्रिसमस ਤੇ। ਇਹ ਕੋਈ ਕਿਸੇ ਗੁਰੂ ਪੀਰ ਪੈਗੰਬਰ ਦਾ, ਕਿਸੇ ਰਾਜੇ ਮਹਾਰਾਜੇ ਦਾ ਜਨਮਦਿਨ ਨਹੀਂਗਾ, ਮੈਂ ਮਨਾ ਲਿਆ ਵੀ ਕੋਈ ਫਾਇਦਾ ਤਾਂ ਹੋਇਆ ਨਹੀਂ। ਇਹ ਰਾਜਾ ਤੇ ਪ੍ਰਭੂਆਂ ਦੇ ਪ੍ਰਭੂ ਦਾ ਜਨਮਦਿਨ ਆ, ਜਿਹੜਾ ਸਾਡੇ ਵਾਸਤੇ ਆਇਆ, ਮਾਰਿਆ ਗਿਆ, ਸਾਨੂੰ ਮੁਕਤ ਕਰ ਗਿਆ, ਸਾਨੂੰ ਸ਼ਿਫਾ ਦੇ ਗਿਆ, ਸਾਨੂੰ ਬਰਕਤ ਦੇ ਗਿਆ, ਸਾਨੂੰ ਆਸ਼ੀਰਵਾਦ ਦੇ ਗਿਆ, ਸਾਨੂੰ ਪਤਾ ਨਹੀਂ ਕੀ ਕੁਛ ਦੇ ਗਿਆ। ਪ੍ਰਭੂ ਤੇ ਪੜੋ, ਇਹ ਆ ਅਸਲ ਦੇ ਵਿੱਚ ਅਸਲੀ ਸੈਲੀਬ੍ਰੇਸ਼ਨ। ਪੂਰੇ ਦਿਨ ਨਾਲ ਮਨਾਈ ਜਾਵੇ क्रिसमस। ਆਮੀਨ। पूरे गीता नाल मनाई जाए क्रिसमस,
ਭੰਗੜਿਆਂ ਨਾਲ ਮਨਾਈ ਜਾਵੇ ਕ੍ਰਿਸਮਸ, ਗਿੱਧਿਆਂ ਨਾਲ ਮਨਾਈ ਜਾਵੇ ਕ੍ਰਿਸਮਸ, ਆਮੇਨ। ਇੱਕ ਦੂਜੇ ਨੂੰ ਜੱਫੀ ਪਾ ਕੇ ਕ੍ਰਿਸਮਸ ਮਨਾਈ ਜਾਵੇ, ਤੋਹਫੇ ਦੇ ਕੇ, ਤੋਹਫੇ ਲੈ ਕੇ ਕ੍ਰਿਸਮਸ ਮਨਾਈ ਜਾਵੇ। ਆਓ ਸੈਲੀਬ੍ਰੇਟ ਕਰੀਏ, ਕਿਉਂਕਿ ਇਹ ਤੁਹਾਡੇ ਤੇ ਮੇਰੇ ਪ੍ਰਭੂ ਦਾ ਜਨਮ ਦਿਨ ਹੈ, ਆਮੇਨ। ਚਲਿਆ ਲੋਕੋ, ਯਿਸੂ ਸੱਚ ਦਾ ਚੰਦਰਮਾ। ਗॉड ਬਲੈਸ ਯੂ ਸਾਰਿਆਂ ਨੂੰ। ਆਓ ਇੱਕ ਛੋਟੀ ਪ੍ਰੇ ਕਰਾਂਗੇ, ਹੱਥ ਚੱਕੀਏ, ਮੇਰੇ ਨਾਲ ਬੋਲ ਕੇ ਦੁਆ ਕਰੋ। ਪਰਮੇਸ਼ਰ ਪਿਤਾ, ਅਸੀਂ ਆਪਣੇ ਪੂਰੇ ਦਿਲ ਦੇ ਨਾਲ ਕ੍ਰਿਸਮਸ ਮਨਾਉਣਾ ਚਾਹੁੰਦੇ ਹਾਂ। ਸਾਡੀ ਮਦਦ ਕਰੋ ਕਿ ਅਸੀਂ ਆਪਣੇ ਪੂਰੇ ਦਿਲ ਨਾਲ ਹੀ ਕ੍ਰਿਸਮਸ ਮਨਾ ਸਕੀਏ। ਸਾਡੇ ਦਿਲ ਦੇ ਵਿੱਚ ਕੋਈ ਫੇਰਾਫੇਰੀ ਨਾ ਹੋਵੇ, ਸਾਡੇ ਦਿਲ ਦੇ ਵਿੱਚ ਕੋਈ ਪਾਪ ਨਾ ਹੋਵੇ, ਸਾਡੇ ਦਿਲ ਦੇ ਵਿੱਚ ਕੋਈ ਇੱਧਰ ਦੀ ਉੱਧਰ ਦੀ ਚੀਜ਼ ਛੁਪੀ ਨਾ ਹੋਵੇ। ਸਾਡੇ ਦਿਲ ਦੇ ਵਿੱਚ ਤੇਰਾ ਪਿਆਰ ਹੋਵੇ, ਸਾਡੇ ਦਿਲ ਦੇ ਵਿੱਚ ਤੇਰੀ ਖੁਸ਼ੀ ਹੋਵੇ, ਸਾਡੇ ਦਿਲ ਦੇ ਵਿੱਚ ਤੇਰੀ ਸ਼ਾਂਤੀ ਹੋਵੇ, ਤੇ ਸਾਡੇ ਦਿਲ ਦੇ ਵਿੱਚ ਤੇਰਾ ਚਾਨਣ ਹੋਵੇ, ਸਾਡੇ ਦਿਲ ਦੇ ਵਿੱਚ ਪਰਮ ਆਤਮਾ ਦਾ ਚਾਨਣ ਹੋਵੇ। ਪ੍ਰਭੂ ਜੀ, ਅਸੀਂ ਸਾਰੀ ਮਹਿਮਾ ਤੁਹਾਨੂੰ ਦਿੰਦੇ ਆ, ਸਾਰਾ ਜਲਾਲ ਤੁਹਾਨੂੰ ਦਿੰਦੇ ਆ, ਸਾਰੀ ਇੱਜ਼ਤ, ਸਾਰਾ ਮਾਣ ਤੁਹਾਨੂੰ ਦਿੰਦੇ ਆ, ਕਿਉਂਕਿ ਪ੍ਰਭੂ ਜੀ ਇਹ ਕੋਈ ਇਨਸਾਨ ਨਹੀਂ ਕਰ ਸਕਦਾ ਸੀ ਜਿਹੜਾ ਤੁਸੀਂ ਕਰ ਦਿੱਤਾ ਕ੍ਰਿਸਮਸ ਤੇ ਆ ਕੇ ਇਸ ਦੁਨੀਆ ਦੇ ਵਿੱਚ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਉਸ ਰਾਜਾਂ ਦਾ ਰਾਜਾ ਦਾ, ਪ੍ਰਭੂਆਂ ਦਾ ਪ੍ਰਭੂ ਦਾ, ਧੰਨਵਾਦ ਕਰਦੇ ਹਾਂ ਉਸ ਬਖਸ਼ਣਹਾਰ ਦਾ, ਧੰਨਵਾਦ ਕਰਦੇ ਹਾਂ ਉਸ ਸਰਬ ਸ਼ਕਤੀਮਾਨ ਪਰਮੇਸ਼ਰ ਦਾ, ਪ੍ਰਭੂ ਯਿਸੂ ਮਸੀਹ ਦਾ, ਜਿਹਦਾ ਨਾਮ ਇਮੈਨੂਅਲ ਰੱਖਿਆ ਗਿਆ, ਯਾਨੀ ਕਿ ਰੱਬ ਸਾਡੇ ਨਾਲ। ਯਿਸੂ ਨਾਮ ਦੇ ਵਿੱਚ ਲੈਟ ਅਸ ਸੈਲੀਬ੍ਰੇਟ ਕ੍ਰਿਸਮਸ।